ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ 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 ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਹਾ ਬੁੱਧ ਪ੍ਰਭ ਤੁਸ਼ ਹਮਾਰੇ ਬਰਨ ਸਕੈ ਮਹਿਮਾ ਜੇ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੇ ਜਾਓ ਕਰਹੋ ਹਾਜ਼ਰ ਹਜੂਰ ਖੁਦਾਏ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੇ ਜਾਓ ਕਰਹੋ ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ। ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ। ਸਿਆਮ ਮੂਰਤ ਨਾਹੀ। ਅਸਮਾਨ ਮਿਆਨੇ ਲਹੰਗ ਦਰਿਆ। ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ। ਜਹ ਤਹਾ ਮੌਜੂਦ ਅੱਲਾਹ ਪਾਕੰ ਪਾਕ ਹੈ। ਸਾਕ ਕਰੋ ਜੇ ਦੂਸਰ ਹੋਏ। ਕਬੀਰ
ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਈ। ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਪਰਮ ਕਿਰਪਾਲੂ ਸਤਿਗੁਰੂ ਖੰਡਾਂ ਬ੍ਰਹਮੰਡਾਂ ਦੇ ਮਾਲਕ ਵਾਲਿਗੇ ਕੁਲ ਆਲਮ ਜਾਹਰਾ ਜਹੂਰ ਹਾਜ਼ਰਾ ਹਜੂਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੇ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਦੀਵਾਨ ਮੰਜੀ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੁਭਾਏ ਮਾਨ ਹੋ ਕਰਕੇ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਤੋਂ ਬਖਸ਼ਿਸ਼ ਹੋਈ ਹੈ ਹੁਕਮਨਾਮਾ ਸਾਹਿਬ ਜੀ ਦੀ ਤੇ ਇਸ ਨੂੰ ਪਾਵਨ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਆਰੇ ਖਾਲਸਾ ਜੀ, ਪਹਿਲਾਂ ਆਪ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਰਾਗੀ ਸਿੰਘਾਂ ਪਾਸੋਂ ਪਾਵਨ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ ਇਸ ਕਰਕੇ ਵੀ ਭਾਗਾਂ ਵਾਲਾ ਹੈ ਕਿ ਅੱਜ ਦੇ ਦਿਹਾੜੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤਿੰਨਾਂ ਦਾ ਪਾਵਨ ਜਨਮ ਅੱਜ ਦੇ ਦਿਨ ਸਰਦਾਰ ਬਦਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀਵਨ ਕੌਰ ਦੀ ਕੁੱਖੋਂ ਨਗਰ ਆਹਲੂ ਜੋ ਜ਼ਿਲ੍ਹਾ ਲਾਹੌਰ ਵਿੱਚ ਹੈ ਉੱਥੇ ਹੋਇਆ ਹੈ। ਇਹਨਾਂ ਦੇ ਪਾਵਨ ਜਨਮ ਦੀ ਕਥਾ ਇਸ ਤਰੀਕੇ ਦੇ ਨਾਲ ਹੈ। ਸਰਦਾਰ ਭਾਗ ਸਿੰਘ ਜੀ ਦੇ ਘਰ ਸਰਦਾਰ ਬਦਰ ਸਿੰਘ ਜੀ ਦਾ ਰਿਸ਼ਤਾ ਹੋਇਆ, ਵਿਆਹ ਨਾਤਾ ਹੋਇਆ ਹੈ। ਬੜਾ ਲੰਮਾ ਸਮਾਂ ਵਿਆਹ ਤੋਂ ਬਾਅਦ ਸਰਦਾਰ ਬਦਰ ਸਿੰਘ ਜੀ ਦੇ ਗ੍ਰਹਿ ਵਿਖੇ ਕੋਈ ਔਲਾਦ ਨਹੀਂ ਹੋਈ। ਫਿਰ ਜਿਵੇਂ ਹਰੇਕ ਸਿੱਖ ਜਿਹੜਾ ਸਤਿਗੁਰੂ ਸਾਹਿਬ ਜੀ ਤੇ ਭੈ ਭਾਵਨੀ ਰੱਖਦਾ ਹੈ ਉਹਦੇ ਵਾਸਤੇ ਖਾਲਸਾ ਜੀ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰ ਤੋਂ ਬਿਨਾਂ ਦੂਸਰਾ ਦਰ ਕੋਈ ਦਿਸਦਾ ਨਹੀਂ ਉਸ ਨੂੰ। ਸਰਦਾਰ ਬਦਰ ਸਿੰਘ ਜੀ ਵੀ ਆਪਣੀ ਧਰਮ ਪਤਨੀ ਸਮੇਤ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪਾਸ ਜਾ ਕਰਕੇ ਬੇਨਤੀ ਕੀਤੀ, ਗੁਰਦੇਵ ਆ ਬਖਸ਼ਿਸ਼ ਕਰੋ, ਰਹਿਮਤ ਕਰੋ, ਸਾਡੇ ਗ੍ਰਹਿ ਵਿਖੇ ਆਪ ਜੀ ਕਿਰਪਾ ਕਰਕੇ ਸਾਡੀ ਪੀੜ੍ਹੀ ਨੂੰ ਅੱਗੇ ਚਲਾਉਣਾ ਕਰੋ, ਅੰਸ਼ ਦੀ ਦਾਤ ਆਪ ਬਖਸ਼ਿਸ਼ ਕਰੋ ਜੀ। ਧੰਨ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਤੁਹਾਡੇ ਗ੍ਰਹਿ ਵਿਖੇ ਸੁਪੁੱਤਰ ਹੋਣਗੇ ਬੜੇ ਬਲ ਵਾਲੇ, ਬੜੀ ਸੋਭਾ, ਬੜੇ ਮਾਣ ਸਤਿਕਾਰ ਦੇ ਨਾਲ ਸੰਸਾਰ ਵਿੱਚ ਰਹਿਣਗੇ, ਬੜਾ ਜਸ ਸੋਭਾ ਵਡਿਆਈ ਹੋਵੇਗੀ ਉਹਨਾਂ ਦੀ। ਇਹ ਬਚਨ ਸਤਿਗੁਰੂ ਸਾਹਿਬ ਜੀ ਪਾਸੋਂ ਲੈ ਕਰਕੇ ਸਰਦਾਰ ਬਦਰ ਸਿੰਘ ਜੀ ਵਾਪਸ ਆਪਣੇ ਨਗਰ ਆਹਲੂ ਵਿਖੇ ਆਣ ਕਰਕੇ ਰਹਿਣਾ ਆਰੰਭ ਕੀਤਾ ਹੈ। ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਕੀਤੇ ਹੋਏ ਪਾਵਨ ਬਚਨਾਂ ਸਦਕਾ ਸੋ ਕੁਝ ਸਮੇਂ ਬਾਅਦ 1718 ਈਸਵੀ ਦੇ ਵਿੱਚ ਸਰਦਾਰ ਬਦਰ ਸਿੰਘ ਜੀ ਦੇ ਗ੍ਰਹਿ ਵਿਖੇ ਨਗਰ ਆਹਲੂ ਵਿੱਚ ਅੱਜ ਦੇ ਦਿਹਾੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਭਾਈ ਪਾਵਨ ਜਨਮ ਲੈਣਾ ਕੀਤਾ ਹੈ। ਸੋ ਅਜੇ ਛੋਟੀ ਅਵਸਥਾ ਵਿੱਚ ਹੀ ਸਨ, 5 ਕੁ ਵਰ੍ਹਿਆਂ ਦੀ ਆਜੂ ਸੀ ਸਰਦਾਰ ਜੱਸਾ ਸਿੰਘ ਦੀ
ਜਿਸ ਸਮੇਂ ਪਿਤਾ ਸਰਦਾਰ ਬਦਰ ਸਿੰਘ ਭਾਵ 1723 ਈਸਵੀ ਦੇ ਵਿੱਚ ਸਰਦਾਰ ਬਦਰ ਸਿੰਘ ਜੀ ਨੇ ਅਕਾਲ ਚਲਾਣਾ ਕੀਤਾ ਹੈ। ਮਾਤਾ ਦੇ ਮਨ ਵਿੱਚ ਬੜੀ ਰੀਝ ਹੈ ਕਿ ਮੈਂ ਆਪਣੇ ਸੁਪੁੱਤਰ ਨੂੰ ਜਿਸ ਦਰ ਤੋਂ ਇਹ ਦਾਤ ਪ੍ਰਾਪਤ ਹੋਈ ਹੈ, ਭਾਈ ਕਰਮਾਂ ਵਾਲੇ ਹਨ ਜਿਨ੍ਹਾਂ ਨੂੰ ਦਿੱਤੀ ਹੋਈ ਦਾਤ ਦਾ ਸ਼ੁਕਰਾਨਾ ਕਰਨਾ ਆਉਂਦਾ ਹੈ, ਨਹੀਂ ਤੇ ਸੁਭਾਅ ਬਣਿਆ ਹੋਇਆ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਵਿੱਚ ਲੱਗ ਕਰਕੇ ਦਾਤਾ ਜੋ ਦਾਤਾਂ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਸੋ ਅਨੇਕ ਕਈ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਭੁੱਲ ਹੀ ਜਾਂਦਾ ਹੈ। ਪਰ ਮਾਤਾ ਦੇ ਚਿੱਤ ਦੀ ਇੱਛਾ ਹੈ ਕਿ ਜਿਸ ਦਰ ਤੋਂ ਇਹ ਦਾਤ ਪ੍ਰਾਪਤ ਹੋਈ ਹੈ, ਉਸੇ ਦਰ ਤੇ ਜਾ ਕਰਕੇ ਉਸ ਦਰ ਤੇ ਇਹ ਸੇਵਾ ਕਰਕੇ ਆਪਣਾ ਜੀਵਨ ਆਰੰਭ ਕਰਨ। ਪਰ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਉਸ ਸਮੇਂ ਸੱਚਖੰਡ ਗਮਨ ਗੁਰਦੇਵ ਜੀ ਨੇ ਕਰ ਲਿਆ ਹੈ, ਜੋਤੀ ਜੋ ਸਮਾ ਚੁੱਕੇ ਸਨ। ਮਾਤਾ ਨੂੰ ਪਤਾ ਲੱਗਾ ਹੈ ਕਿ ਗੁਰੂ ਕੇ ਪਾਵਨ ਮਹਿਲ ਸਾਡੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਦਿੱਲੀ ਵਿੱਚ ਰਹਿ ਰਹੇ ਹਨ। ਮਾਤਾ ਜੀ ਆਪਣੇ ਸੁਪੁੱਤਰ ਭਾਈ ਜੱਸਾ ਸਿੰਘ ਨੂੰ ਨਾਲ ਲੈ ਕਰਕੇ ਮਾਤਾ ਸੁੰਦਰ ਕੌਰ ਜੀ ਦੇ ਪਾਸ ਦਿੱਲੀ ਵਿੱਚ ਪਹੁੰਚੇ। ਸੋ ਜਿਸ ਸਮੇਂ ਮਾਤਾ ਜੀ ਨੂੰ ਜਾ ਕਰਕੇ ਬਚਨ ਦੱਸੇ ਹਨ ਕਿ ਮਾਤਾ ਜੀ ਇਹ ਆਪ ਜੀ ਦੇ ਪਤੀ ਸਤਿਗੁਰੂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਪਾਵਨ ਅਸੀਸਾਂ ਸਦਕਾ, ਉਹਨਾਂ ਦੇ ਬਚਨਾਂ ਸਦਕਾ ਇਹਨਾਂ ਦਾ ਜਨਮ ਹੋਇਆ ਹੈ। ਮਾਤਾ ਜੀ ਨੇ ਇਤਿਹਾਸ ਵਿੱਚ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਨੇ ਇਹ ਪਾਵਨ ਇਤਿਹਾਸ ਲਿਖਿਆ। ਬੜੀ ਸ਼ਰਧਾ ਪ੍ਰੇਮ ਭਾਵਨਾ ਸਹਿਤ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਕਿ ਮਾਤਾ ਜੀ ਨੇ ਇਵੇਂ ਲਾਡ ਲੜਾਏ ਹਨ ਕਿ ਜਿਵੇਂ ਆਪਣੀ ਅੰਸ਼ ਹੋਣ। ਆਪਣੇ ਪਾਸ ਰੱਖ ਕਰਕੇ ਮਾਤਾ ਜੀ ਨੇ ਰਾਗ ਵਿਦਿਆ ਕੀਰਤਨ ਆਪਣੇ ਪਾਸ ਰੱਖ ਕਰਕੇ ਸਰਦਾਰ ਜੱਸਾ ਸਿੰਘ ਜੀ ਨੂੰ ਸਿਖਾਇਆ ਹੈ। ਸਰਦਾਰ ਜੱਸਾ ਸਿੰਘ ਜੀ ਪਾਵਨ ਗੁਰਬਾਣੀ ਦਾ ਕੀਰਤਨ ਕਰਦੇ ਹਨ। ਮਾਤਾ ਜੀ ਦੇ ਪਾਸ ਰਹਿੰਦਿਆਂ ਹੀ ਗੁਰਮੰਦੀ ਵਿਦਿਆ ਜਿਤਨੀ ਕੁ ਹੋ ਸਕੀ ਬਚਪਨ ਅਵਸਥਾ ਵਿੱਚ ਪੜ੍ਹੀ ਹੈ। ਫਿਰ ਜਦੋਂ ਥੋੜੇ ਜਿਹੇ 10-12 ਵਰ੍ਹਿਆਂ ਦੇ ਹੋਏ, ਉਦੋਂ ਮਾਤਾ ਨੇ ਬੇਨਤੀ ਕੀਤੀ, ਸਰਦਾਰ ਭਾਗ ਸਿੰਘ ਹੁਣੇ ਵੀ ਪਹੁੰਚੇ ਕਿ ਸਾਡੇ ਨਾਲ ਇਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਮਾਤਾ ਸੁੰਦਰ ਕੌਰ ਜੀ ਨੇ ਆਪਣੇ ਪਾਸੋਂ ਪੱਤਰਕਾ ਲਿਖ ਕਰਕੇ ਨਾਲ ਸੁੰਦਰ ਪੋਸ਼ਾਕਾ ਸਰਦਾਰ ਜੱਸਾ ਸਿੰਘ ਜੀ ਨੂੰ ਦਿੱਤਾ। ਇਹ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਜ ਭੇਟਾ ਕੀਤੀ। ਇਹ ਵਸਤੂਆਂ ਦੇ ਕਰਕੇ ਨਾਲ ਆਪਣੀ ਚਿੱਠੀ ਆਪਣੇ ਹੱਥੋਂ ਇੱਕ ਹੁਕਮਨਾਮਾ ਲਿਖ ਕਰਕੇ ਤੇ ਬਚਨ ਕੀਤੇ ਹਨ ਕਿ ਇਹਨਾਂ ਨੂੰ ਲੈ ਕਰਕੇ ਕੌਮ ਦੇ ਨਵਾਬ ਸਰਦਾਰ ਕਪੂਰ ਸਿੰਘ ਜੀ ਹੁਣਾਂ ਦੇ ਪਾਸ ਜਾਣਾ ਹੈ। ਨਾਲ ਬਚਨ ਕੀਤੇ ਹਨ ਮਾਤਾ ਦੇ ਤਾਈ, ਇਹ ਮੇਰਾ ਜੋ ਪੁੱਤਰ ਹੈ ਜੱਸਾ ਸਿੰਘ, ਇਹ ਬੜੇ ਜਸ ਵਾਲਾ ਹੋਵੇਗਾ। ਇਹਦੇ ਦਰ ਤੇ ਅਨੇਕਾਂ ਹੀ ਲੋਕ ਇਹਦੇ ਪਾਸੋਂ ਦਾਨ ਲੈਣ ਵਾਲੇ ਖਲੋਤੇ ਰਿਹਾ ਕਰਨਗੇ, ਇਹਦੇ ਦਰ ਤੇ ਚੋਬਦਾਰ ਖਲੋਣਗੇ। ਇਹ ਸਾਡੇ ਬਚਨ, ਇਹ ਅਸੀਸ ਮਾਤਾ ਸੁੰਦਰ ਕੌਰ ਜੀ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੈ। ਆਲੂ ਨਗਰ ਹੋਣ ਕਰਕੇ ਉਹਨਾਂ ਦੇ ਨਾਮ ਦੇ ਨਾਲ ਆਲੂ ਵਾਲੀਏ ਸਰਦਾਰ ਲੱਗਦਾ ਹੈ। ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਏ। ਇਵੇਂ ਮਾਤਾ ਜੀ ਤੋਂ ਵਿਛੜ ਕਰਕੇ ਸਰਦਾਰ ਕਪੂਰ ਸਿੰਘ ਜੀ ਜੋ ਕੌਮ ਦੇ ਨਵਾਬ ਹਨ, ਜਿਨ੍ਹਾਂ ਦਾ ਆਪ ਜੀ ਨੇ ਪਾਵਨ ਇਤਿਹਾਸ ਅਨੇਕਾਂ ਵਾਰੀ ਸੁਣਿਆ ਹੈ। ਭਾਈ ਖਾਲਸਾ ਜੀਓ ਐਸੇ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਇਹੋ ਆਪਣੇ ਆਪ ਸੁਭਾਵਿਕ ਹੀ ਰਸਨਾ ਤੋਂ ਨਿਕਲ ਆਉਂਦਾ ਹੈ ਕਿ ਧੰਨ ਸਤਿਗੁਰੂ ਸਾਹਿਬ ਜੀਓ ਆਪ ਹੋ ਤੇ ਧੰਨ ਹੀ ਆਪ ਜੀ ਦੇ ਸਿੱਖ ਹਨ। ਜੋ ਸਿੱਖੀ ਇਹਨਾਂ ਗੁਰਸਿੱਖਾਂ ਨੇ ਕਮਾਈ ਹੈ, ਕਿੱਥੇ ਹੈ ਭਾਈ ਕਿਸੇ ਦੇ ਵਿੱਚ ਕੋਈ ਕਮਾ ਸਕਦਾ ਹੋਵੇ। ਨਵਾਬ ਕਪੂਰ ਸਿੰਘ ਜੀ ਵਰਗਾ ਕੋਈ ਨਵਾਬ ਸੰਸਾਰ ਦੇ ਵਿੱਚ ਵੇਖ ਲਈਏ, ਵੱਡੇ ਵੱਡੇ ਨਵਾਬਾਂ ਦਾ ਇਤਿਹਾਸ ਆਪਾਂ ਪੜਾਂਗੇ, ਪਰ ਸਰਦਾਰ ਕਪੂਰ ਸਿੰਘ ਵਰਗਾ ਨਵਾਬ ਕੋਈ ਨਹੀਂ ਲੱਭੇਗਾ ਜਿਹੜਾ ਹੋਵੇ ਤੇ ਕੌਮੀ ਨਵਾਬ। ਪਰ ਸਾਰੀਆਂ ਹੀ ਸਮਾਵਾਂ ਘਾਹ ਖੋਦਣ ਤੋਂ ਲੈ ਕਰਕੇ ਘੋੜਿਆਂ ਦੀ ਲਿੱਦ ਚੁੱਕਣ ਤੱਕ, ਸੰਗਤ ਨੂੰ ਪੱਖਾ ਝੱਲਣ ਤੱਕ ਕੋਈ ਹੈ ਨਵਾਬ ਸੰਸਾਰ ਵਿੱਚ ਜਿਹੜਾ ਆਪਣੇ ਹੱਥੀਂ ਕਰਦਾ ਹੋਵੇ। ਇਹ ਗੁਰੂ ਸਾਹਿਬ ਜੀ ਦੇ ਪਾਵਨ ਖਾਲਸੇ ਨੂੰ ਹੀ ਬਣਾਇਆ ਹੈ। ਇਹ ਬਖਸ਼ਿਸ਼ ਗੁਰਦੇਵ ਜੀ ਨੇ ਆਪਣੇ ਪਿਆਰੇ ਖਾਲਸੇ ਤੇ ਹੀ ਕੀਤੀ ਹੈ। ਇਹ ਉਹ ਖਾਲਸਾ ਹੈ ਜਿਸ ਬਾਬਤ ਕਲਗੀਧਰ ਪ੍ਰੀਤਮ ਜੀ ਕਹਿੰਦੇ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ
ਕਰੋ ਨਿਵਾਸ। ਇਹ ਪੂਰਨ ਰੂਪ ਖਾਲਸਾ ਜੋ ਹੈ ਉਹਨਾਂ ਦੀ ਬਖਸ਼ਿਸ਼ ਵਾਲੇ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਪਾਸ ਪਹੁੰਚੇ। ਮਾਤਾ ਜੀ ਦੀ ਪੱਤਰਕਾ ਲਈ ਜਿਸ ਵਿੱਚ ਲਿਖਿਆ ਹੋਇਆ ਸੀ ਆਪ ਇਹਨਾਂ ਨੂੰ ਅੰਮ੍ਰਿਤ ਪਾਨ ਕਰਵਾਉਣਾ ਹੈ, ਜਿਤਨੀ ਹੋ ਸਕੇ ਗੁਰਮਤਿ ਦੀ ਵਿਦਿਆ ਦ੍ਰਿੜ ਕਰਵਾਉਣੀ ਹੈ, ਇਹਨਾਂ ਨੂੰ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਬਣਾਉਣਾ। ਨਵਾਬ ਕਪੂਰ ਸਿੰਘ ਜੀ ਨੇ ਆਪ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗ ਕਰਕੇ ਅੰਮ੍ਰਿਤ ਪਾਨ ਕਰਵਾਇਆ, ਗੁਰਮਤਿ ਦੀ ਵਿਦਿਆ ਦ੍ਰਿੜ ਕਰਵਾਈ, ਸ਼ਸਤਰ ਵਿਦਿਆ ਦ੍ਰਿੜ ਕਰਵਾਈ। ਸੋ ਦੋਤਾਰੇ ਦੇ ਨਾਲ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਕੀਰਤਨ ਕਰਿਆ ਕਰਦੇ, ਸੰਗਤਾਂ ਬਹੁਤ ਜ਼ਿਆਦਾ ਪ੍ਰੇਮ ਸਰਦਾਰ ਜੀ ਨੂੰ ਕਰਦੀਆਂ। ਇੱਥੋਂ ਤੱਕ ਕਿ ਨਵਾਬ ਕਪੂਰ ਸਿੰਘ ਜੀ ਦੀ ਆਪਣੀ ਔਲਾਦ ਕੋਈ ਨਹੀਂ ਹੈ। ਨਵਾਬ ਕਪੂਰ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਆਣ ਕਰਕੇ ਅਰਦਾਸ ਕਰਕੇ ਸਰਬੱਤ ਖਾਲਸੇ ਦੀ ਅਗਵਾਈ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਆਪਣਾ ਜਾਨਸੀ ਨਾਮਜ਼ਦ ਕੀਤਾ ਹੈ। ਭਾਵ ਮੁਤਬੰਨੇ ਪੁੱਤਰ ਆਪਣੇ ਬਣਾਉਣਾ ਕੀਤਾ ਕਿ ਇਹ ਮੇਰਾ ਮੁਤਬੰਨਾ ਪੁੱਤਰ ਹੈ ਸਰਦਾਰ ਜੱਸਾ ਸਿੰਘ। ਸਰਦਾਰ ਜੱਸਾ ਸਿੰਘ ਜੀ ਇੰਨੇ ਨਿਪੁੰਨ ਹਨ ਕਿ ਥੋੜੇ ਦਿਨਾਂ ਦੇ ਵਿੱਚ ਹੀ ਵੱਡੀਆਂ ਸਮਾਵਾਂ ਸਰਦਾਰ ਜੱਸਾ ਸਿੰਘ ਜੀ ਦੇ ਹਿੱਸੇ ਆਈਆਂ, ਜਿਵੇਂ ਖਾਲਸਾ ਪੰਥ ਨੂੰ ਰਸਤ ਪਾਣੀ ਦੇਣਾ। ਇਹ ਸਾਰੀਆਂ ਭਾਵ ਜੋ ਕਠਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਾਰੀ ਦੀ ਸਾਰੀ ਨਵਾਬ ਕਪੂਰ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਦੇ ਦਿੱਤੀ। ਇੱਥੇ ਇੱਕ ਬੜੀ ਵਿਚਿੱਤਰ ਕਥਾ ਹੁੰਦੀ ਹੈ। ਦਿੱਲੀ ਵਿੱਚ ਕੁਝ ਸਮਾਂ ਬਤੀਤ ਹੋਣੇ ਕਰਕੇ ਭਾਸ਼ਾ ਵਿੱਚ ਉੱਥੋਂ ਦੇ ਸ਼ਬਦ ਜਿਹੜੇ ਸਨ ਉਹ ਸਰਦਾਰ ਜੱਸਾ ਸਿੰਘ ਜੀ ਦੀ ਆ ਗਏ। ਆਮ ਤੌਰ ਤੇ ਇਹਨਾਂ ਦੀ ਜ਼ਬਾਨ ਤੋਂ ਹਮਕੋ ਤੇ ਤੁਮਕੋ ਸ਼ਬਦ ਨਿਕਲਣੇ ਤੇ ਪੰਥ ਨੇ ਖਾਲਸਾ ਪੰਥ ਪ੍ਰੇਮ ਦੇ ਨਾਲ ਸਰਦਾਰ ਜੱਸਾ ਸਿੰਘ ਜੀ ਨੂੰ ਹਮਕੀ ਤੁਮਕੀ ਕਹਿਣ ਲੱਗ ਪਏ। ਇੱਕ ਦਿਹਾੜਾ ਇਹੋ ਜਿਹਾ ਆਇਆ ਜਦੋਂ ਸਿੰਘਾਂ ਨੇ ਬਹੁਤਾ ਮਜ਼ਾਕ ਕਰਨਾ ਤੇ ਸਰਦਾਰ ਜੱਸਾ ਸਿੰਘ ਜੀ ਨੇ ਤਿਆਰਾ ਕਰ ਲਿਆ ਕਿ ਮੈਂ ਆਪਣੇ ਨਗਰੀ ਚਲੇ ਜਾਣਾ, ਇੱਥੇ ਨਹੀਂ ਰਹਿਣਾ ਪੰਥ ਦੇ ਵਿੱਚ। ਜਿਸ ਸਮੇਂ ਤਿਆਰ ਹੋਏ ਨਵਾਬ ਕਪੂਰ ਸਿੰਘ ਜੀ ਨੇ ਪਾਸ ਬੁਲਾਇਆ, ਕਹਿਣ ਲੱਗੇ ਪੁੱਤਰ ਜੀ ਕਿੱਧਰ ਚੱਲੇ ਹੋ? ਕਹਿਣ ਲੱਗੇ ਅਸੀਂ ਜਾ ਰਹੇ ਹਾਂ ਇਹ ਸੇਵਾ ਛੱਡ ਕੇ। ਨਵਾਬ ਕਪੂਰ ਸਿੰਘ ਜੀ ਨੇ ਬਚਨ ਕੀਤੇ, ਪੁੱਤਰ ਜੀ ਖਾਲਸੇ ਦੀ ਸੇਵਾ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ। ਜਿਹੜੀ ਸੇਵਾ ਆਪ ਜੀ ਨਿਭਾ ਰਹੇ ਹੋ ਇਹ ਉਸ ਖਾਲਸੇ ਦੀ ਸੇਵਾ ਜਿਸ ਨੂੰ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਕਿੰਨੇ ਵੱਡੇ ਬਚਨ ਦੇ ਕਰਕੇ ਸਨਮਾਨਿਆ ਹੈ। ਇੱਥੋਂ ਤੱਕ ਕਹਿ ਦਿੱਤਾ ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਨਾ ਲਾਗਤ ਨਹੀਂ। ਇਹ ਉਹ ਖਾਲਸਾ ਪੰਥ ਹੈ, ਤੁਸੀਂ ਇਸ ਦੇ ਸੇਵਾਦਾਰ ਹੋ। ਏਡੀ ਵੱਡੀ ਬਖਸ਼ਿਸ਼ ਕਿਵੇਂ ਮਿਲੇਗੀ ਪਰਿਵਾਰ 'ਚ ਜਾ ਕੇ? ਅਜੇ ਬਹੁਤੀ ਵੱਡੀ ਆਜੂ ਨਹੀਂ। ਥੋੜੇ ਜਿਹੇ ਕਾਲੇ ਪੈ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਬਚਨ ਕੀਤੇ ਹਨ, ਇਹ ਪੰਥ ਪ੍ਰਕਾਸ਼ ਦੇ ਵਿੱਚ ਅੰਕਿਤ ਹਨ। ਕਹਿਣ ਲੱਗੇ ਕਾਹਦਾ ਖਾਲਸਾ? ਹਰ ਸਮੇਂ ਮਜ਼ਾਕਾਂ ਹੀ ਕਰਦੇ ਰਹਿੰਦੇ ਨੇ, ਹਰ ਸਮੇਂ ਮਜ਼ਾਕਾਂ ਹੀ। ਮੇਰਾ ਨਹੀਂ ਮਨ ਲੱਗਦਾ, ਮੈਨੂੰ ਬਹੁਤ ਸਤਾਉਂਦੇ ਨੇ। ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸਰਦਾਰ ਨਵਾਬ ਕਪੂਰ ਸਿੰਘ ਜੀ ਨੇ ਆਪਣੀ ਗਲਵੱਕੜੀ 'ਚ ਲੈ ਕੇ ਕਿਹਾ, ਕਹਿਣ ਲੱਗੇ ਪੁੱਤਰ ਜੀ ਤੁਸੀਂ ਕੀਰਤਨੀਏ ਹੋ ਇਸ ਦਰ ਦੇ, ਤੁਹਾਡੇ ਤੇ ਮਾਤਾ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ ਹਨ। ਮੈਂ ਤੇ ਇਹਨਾਂ ਦੇ ਦਰ ਦਾ ਘਾਈ ਸਾਂ, ਮੈਂ ਤੇ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਸਾਂ। ਜੇ ਇਹ ਮੈਨੂੰ ਨਵਾਬੀ ਬਖਸ਼ ਸਕਦੇ ਹਨ, ਖਾਲਸਾ ਗੁਰੂ ਰੂਪ ਹੈ, ਇਹ ਖਾਲਸਾ ਬਖਸ਼ਿਸ਼ ਕਰਨ ਤੇ ਆਵੇ, ਆਪਣੇ ਦਰ ਦੇ ਘਾਈਆਂ ਨੂੰ ਨਵਾਬ ਬਣਾ ਦਿੰਦਾ। ਤੁਸੀਂ ਤੇ ਕੀਰਤਨੀਏ ਹੋ, ਤੁਹਾਡੇ ਤੇ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਹੋਣਗੀਆਂ ਤੁਸੀਂ ਸੋਚ ਨਹੀਂ ਸਕਦੇ। ਖਾਲਸੇ ਦੀ ਸੇਵਾ ਵਿੱਚ ਚਿੱਤ ਲਾ ਕੇ ਰੱਖੋ। ਭਾਈ ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੂੰ ਇਹ ਸਮਝਾਉਣ ਦਾ ਵੀ ਤਰੀਕਾ ਹੈ। ਉਹਨਾਂ ਦੀ ਰਸਨਾ ਹੀ ਮਹਾਤਮਾ ਉਹ ਕੱਲੇ ਭਾਈ ਜਿਹਦੇ ਅੰਦਰ ਖਾਲਸਾ ਪੁਣਾ ਕਾਇਮ ਹੈ, ਉਹਦੀ ਰਸਨਾ ਤੋਂ ਨਿਕਲਿਆ ਹੋਇਆ ਹਰ ਇੱਕ ਬਚਨ ਪ੍ਰਤੱਖ ਸਚਾਈ ਹੈ। ਪਰ ਕਾਰਨ ਕੀ ਹੈ ਕਿ ਉਹ ਪੰਥ ਤੇ ਗ੍ਰੰਥ ਨੂੰ ਸਮਰਪਿਤ ਹਨ। ਸਾਡੀ ਬਦਕਿਸਮਤੀ ਇਹ ਹੈ, ਅਸੀਂ ਪੰਥਕ ਤੇ ਖਵਾਉਣਾ ਚਾਹੁੰਦੇ ਹਾਂ ਪਰ ਪੰਥ ਪ੍ਰਸਤੀ ਦੂਰ ਦੂਰ ਤੀਕਰਾ ਮੇਰੇ ਵਰਗਿਆਂ ਦੇ ਨੇੜੇ ਤੇੜੇ ਨਹੀਂ ਹੈ। ਪੰਥ ਪ੍ਰਸਤੀ ਕੀ ਹੈ ਇਹ ਪਤਾ ਹੀ ਨਹੀਂ ਕਿ ਪੰਥ ਪ੍ਰਸਤੀ ਕੀ ਹੁੰਦੀ। ਹੁਣ ਤੇ ਸੁਭਾਅ ਇਹੋ ਜਿਹੇ ਬਣ ਗਏ ਨੇ ਮੇਰੇ ਵਰਗਿਆਂ ਦੇ ਕਿ ਕਿਸੇ ਇੱਕ ਸਿੰਘ ਦੀ ਕੋਈ ਝਗੜਾ ਹੋ ਗਿਆ ਤੇ ਤਦ ਸਮੇਂ ਉਹਦੇ ਵਿੱਚ ਜਾ ਕੇ ਖਲੋ ਕੇ ਉਹਨੂੰ ਮਕਾਉਣ ਦਾ ਯਤਨ ਨਹੀਂ ਕਰਨਾ, ਸਗੋਂ ਵਧਾਉਣ ਦਾ ਯਤਨ ਕਰਨਾ ਹੈ। ਭਰਾਵਾ ਇਹ ਹੈ ਹੀ ਇਸ ਤਰੀਕੇ ਨਹੀਂ ਭਾਈ। ਖਾਲਸਾ ਜੀ ਖਾਲਸੇ ਦਾ ਇਹ ਸਿਧਾਂਤ ਨਹੀਂ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਹਨ ਕਿ ਸਿੰਘ ਤੇ ਸਿੰਘ ਜੇ ਭਲਾ ਨਾਰਾਜ਼ ਹੋ ਵੀ ਜਾਵੇ, ਚੌਵਾਂ ਪਹਿਰਾਂ ਤੋਂ ਵੱਧ ਸਿੰਘ ਦੀ ਸਿੰਘ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਚੌਵਾਂ ਪਹਿਰਾਂ ਤੋਂ ਜ਼ਿਆਦਾ
ਇਹ ਪੰਥ ਦੀ ਮਰਿਆਦਾ ਹੈ, ਇਹ ਪੰਥ ਦਾ ਸਿਧਾਂਤ ਹੈ, ਇਹ ਪੰਥ ਦੀ ਨਿਯਮਾਵਲੀ ਹੈ। ਇਸ ਨਿਯਮਾਵਲੀ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਜੀਵੇ ਉਹਨੂੰ ਪੰਥਕ ਕਿਹਾ ਜਾ ਸਕਦਾ। ਧੰਨ ਗੁਰੂ ਕੇ ਲਾਲ ਸਰਦਾਰ ਜੱਸਾ ਸਿੰਘ ਜੀ ਨੇ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਬਚਨਾਂ ਨੂੰ ਮੰਨਿਆ, ਪੰਥ ਦੀ ਸੇਵਾ ਵਿੱਚ ਹਾਜ਼ਰ ਰਹੇ। ਅਨੇਕਾਂ ਹੀ ਕਾਰਜ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਆਪਣੇ ਸਮੇਂ ਕਾਲ ਦੌਰਾਨ ਕੀਤੇ। ਨਵਾਬ ਕਪੂਰ ਸਿੰਘ ਜੀ ਜਿਸ ਸਮੇਂ ਅਕਾਲ ਚਲਾਣਾ ਕੀਤੇ, ਸੱਚਖੰਡ ਗਮਨ ਕੀਤਾ, ਇਸ ਪਾਵਨ ਧਰਤੀ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ, ਇਸ ਧਰਤੀ ਤੇ ਆਣ ਕੇ ਨਵਾਬ ਕਪੂਰ ਸਿੰਘ ਜੀ ਨੇ ਆਪਣਾ ਸਰੀਰ ਤਿਆਗਿਆ ਹੈ। ਜਦੋਂ ਆਪਾਂ ਬਾਬਾ ਅਟਲ ਰਾਏ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਉੱਥੇ ਤੁਹਾਨੂੰ ਨਵਾਬ ਕਪੂਰ ਸਿੰਘ ਜੀ ਦਾ ਸਮਾਧੀ ਦੇ ਦਰਸ਼ਨ ਵੀ ਹੋਣਗੇ। ਇਸ ਸਥਾਨ ਤੇ ਨਵਾਬ ਕਪੂਰ ਸਿੰਘ ਜੀ ਦਾ ਸੰਸਕਾਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਏ ਨੇ ਆਪਣੇ ਹੱਥੀਂ ਕੀਤਾ। ਉਹਨਾਂ ਦੀ ਪਾਵਨ ਯਾਦ ਵਿੱਚ ਸੁੰਦਰ ਸਮਾਧਾ ਉਹਨਾਂ ਦਾ ਬਣਾਉਣਾ ਕੀਤਾ ਹੈ। ਫਿਰ ਇਸੇ ਤਰੀਕੇ ਦੇ ਨਾਲ ਭਾਈ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਵੱਡੀਆਂ ਜੰਗਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਆਪਣੇ ਸਰੀਰ ਤੇ ਹੰਡਾਈਆਂ ਹਨ। ਇਤਿਹਾਸ ਪੜ੍ਹੀਏ ਤੇ ਪੜ੍ਹਨ ਤੇ ਸੁਣਨ ਵਿੱਚ ਆਉਂਦਾ ਹੈ ਕਿ 32 ਵੱਡੇ ਫੱਟਾਂ ਦੇ ਨਿਸ਼ਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਸਰੀਰ ਤੇ ਸਨ। ਬੜੇ ਸੁੰਦਰ, ਜਵਾਨ, ਸ਼ੈਲ ਛਬੀਲੇ ਖਾਲਸਾ ਪੰਥ ਦੇ ਮੋਹਰੀ ਆਗੂ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਜਿਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਦਾ ਸਮਾਂ ਆਇਆ, ਜਦੋਂ ਮੁਗਲਾਂ ਪਾਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਆਜ਼ਾਦ ਕਰਵਾ ਲਿਆ, ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮ ਦਾ ਜਰਨੈਲ ਕਿਹੋ ਜਿਹਾ ਹੋਵੇ, ਆਪ ਅੱਗੇ ਆਣ ਕਰਕੇ ਸੋ ਬਚਨ ਕੀਤਾ, ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਕਰਵਾਈ ਜਾਵੇਗੀ। ਇੱਕ ਬੇਨਤੀ ਹੈ, ਉਹੋ ਹੀ ਸਿੰਘ ਸੇਵਾ 'ਚ ਹਿੱਸਾ ਪਾਉਣ ਜਿਹੜੇ ਅੰਮ੍ਰਿਤਧਾਰੀ ਸਿੰਘ ਹੋਣ। ਆਪ ਪਰਨਾ ਵਿਛਾ ਕਰਕੇ ਜਿੰਨੀ ਮਾਇਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਦਿੱਤੀ, ਉਨੀ ਬਾਕੀ ਸਾਰੀਆਂ ਮਿਸਰਾਣੇ ਰਲ ਕਰਕੇ ਦਿੱਤੀ। ਜਿਤਨੀ ਮਾਇਆ ਪਾਸ ਸੀ ਸਾਰੀ ਦੀ ਸਾਰੀ ਉਸ ਸਮੇਂ ਦੇ ਕੇ ਕਿਹਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ। ਇੱਥੇ ਰਹਿ ਕਰਕੇ ਸੇਵਾਵਾਂ ਕਰਾਈਆਂ। ਫਿਰ ਇਸੇ ਤਰੀਕੇ ਦੇ ਨਾਲ ਜਿਸ ਸਮੇਂ ਲਾਹੌਰ ਫਤਿਹ ਕੀਤਾ, ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਕੌਮ ਨੇ ਰਾਜ ਤਖਤ ਤੇ ਬਿਠਾਲ ਕਰਕੇ ਤੇ ਨਾਲ ਉਪਾਧੀ ਬਖਸ਼ਿਸ਼ ਕੀਤੀ, ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ। ਇੱਥੋਂ ਉਹਨਾਂ ਦਾ ਜੀਵਨ ਆਰੰਭ ਹੋਇਆ, ਜਿਹਨੂੰ ਆਪਾਂ ਸੁਲਤਾਨ ਉਲ ਕੌਮ, ਵੇਖੋ ਕਿਹੋ ਜਿਹਾ ਪੰਥ ਹੈ ਭਾਈ, ਜਿਹੜਾ ਇੱਕ ਨੂੰ ਮਿਲਿਆ ਉਹਦਾ ਉਹ ਦੂਸਰੇ ਨੂੰ ਨਹੀਂ ਮਿਲਦਾ। ਇੱਕ ਨਵਾਬ ਹੈ, ਤੁਸੀਂ ਹੋਰਾਂ ਦਾ ਇਤਿਹਾਸ ਪੜ੍ਹੋਗੇ, ਅਨੇਕਾਂ ਨਵਾਬ ਤੁਰੇ ਫਿਰਦੇ ਨੇ। ਇੱਕ ਸੁਲਤਾਨ ਹੈ, ਇੱਕ ਹੀ ਸ਼ੇਰੇ ਪੰਜਾਬ ਹੈ। ਇੱਥੇ ਜੋ ਹੈ ਇੱਕ ਤੋਂ ਪਰੇ ਕੁਝ ਨਹੀਂ। ਜੋ ਵੀ ਬਣ ਗਏ ਗੁਰੂ ਕੇ ਲਾਲ, ਜਿਹੜੀ ਬਖਸ਼ਿਸ਼ ਇੱਕ ਤੇ ਕੀਤੀ, ਉਸ ਤੋਂ ਮਹਾਨ ਬਖਸ਼ਿਸ਼ ਦੂਸਰੇ ਤੇ ਹੁੰਦੀ ਹੈ। ਇਹ ਐਸਾ ਪੰਥ ਹੈ ਖਾਲਸਾ ਪੰਥ। ਤੇ ਏਡੀਆਂ ਵੱਡੀਆਂ ਸੇਵਾਵਾਂ, ਏਡੇ ਵੱਡੇ ਰਾਜ ਭਾਗ ਪ੍ਰਾਪਤ ਕਰਦੇ ਹਾਂ, ਇੱਥੋਂ ਤੱਕ ਕਿ ਦਿੱਲੀ ਦੇ ਲਾਲ ਕਿਲੇ ਤੇ ਵੀ ਜਾ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਦਿੱਲੀ ਫਤਿਹ ਕਰਕੇ ਉੱਥੇ ਪਰਚਮ, ਖਾਲਸਾਈ ਪਰਚਮ ਲਹਿਰਾ ਕਰਕੇ ਦਿੱਲੀ ਤੱਕ ਆਪਣੀ ਤਾਂਕ ਜਮਾਈ। ਤੇ ਸਾਰੀ ਕੌਮ ਨੇ ਕੌਮ ਦੇ ਜਥੇਦਾਰ ਨੂੰ ਬੇਨਤੀ ਕੀਤੀ, ਜਥੇਦਾਰ ਜੀ ਆਪ ਜੀ ਸਾਡੇ ਰਾਜਾ ਬਣ ਕਰਕੇ ਇਸ ਤਖਤ ਦੇ ਉੱਤੇ ਸੁਭਾਏਮਾਨ ਹੋ। ਤੇ ਉਸ ਸਮੇਂ ਬੇਨਤੀ ਕੀਤੀ, ਖਾਲਸਾ ਜੀਓ ਅਜੇ ਤੱਕ ਖਾਲਸੇ ਰਾਜ ਵਿੱਚ ਰਾਜਾ ਹੋਣ ਦੀ ਪ੍ਰਥਾ ਨਹੀਂ ਆਰੰਭ ਹੋਈ, ਅਸੀਂ ਇਹ ਪ੍ਰਥਾ ਨਹੀਂ ਨਿਭਾਵਾਂਗੇ, ਅਸੀਂ ਤੇ ਤੁਹਾਡੇ ਦਰ ਦੇ ਸੇਵਾਦਾਰੀ ਬਣ ਕੇ ਰਵਾਂਗੇ। ਉੱਥੋਂ ਦੀ ਸਾਰੀ ਸੇਵਾ ਸੰਭਾਲ ਸਰਦਾਰ ਬਘੇਲ ਸਿੰਘ ਜੀ ਨੂੰ ਦੇ ਕਰਕੇ, ਜਿਨ੍ਹਾਂ ਨੇ ਸਾਰੇ ਗੁਰਧਾਮਾਂ ਦੀ ਸੇਵਾ ਕਰਾਈ ਤੇ ਨਾਲ ਰਾਜ ਭਾਗ ਉੱਥੋਂ ਦਾ ਚਲਾਇਆ, ਉਹਨਾਂ ਨੂੰ ਸਾਰੀਆਂ ਸੇਵਾਵਾਂ ਦੇ ਕਰਕੇ ਤੇ ਆਪ ਵਾਪਸ ਫਿਰ ਪੰਜਾਬ ਵਿੱਚ ਆਣ ਕਰਕੇ ਜੋ ਕਪੂਰਥਲਾ ਰਿਆਸਤ ਹੈ, ਕਪੂਰਥਲੇ ਆਣ ਕਰਕੇ ਇਹ ਕਪੂਰਥਲੇ ਨੂੰ ਆਪਣੀ ਰਾਜਧਾਨੀ ਬਣਾ ਕਰਕੇ, ਕਿਉਂਕਿ ਉਸ ਦਾ ਕਾਰਨ ਸੀ ਕਿ ਜਿਹੜਾ ਜਲੰਧਰ ਦਾ ਇਲਾਕਾ ਸੀ, ਇੱਥੇ ਬਹੁਤਾ ਜ਼ਿਆਦਾ ਮੁਗਲਾਂ ਦਾ ਉਸ ਸਮੇਂ ਜ਼ੋਰ ਸੀ। ਇਸ ਪਾਸੇ ਨੂੰ ਆਪਣਾ ਸਾਰਾ ਹੀ ਧਿਆਨ ਦੇ ਕਰਕੇ ਇਸ ਇਲਾਕੇ ਦੇ ਵਿੱਚ ਖਾਲਸੇ ਦਾ ਵੱਡਾ ਰਾਜ ਕਾਇਮ ਕੀਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ। ਨਾਲ ਦੇ ਨਾਲ ਜਿੱਥੇ ਇਹ ਸਾਰੇ ਰਾਜ ਭਾਗ ਸੇਵਾਵਾਂ ਨਿਭਾਈਆਂ, ਉੱਥੇ ਖਾਲਸਾ ਜੀ ਤੁਸੀਂ ਇਤਿਹਾਸ ਪੜ੍ਹ ਕੇ ਹੈਰਾਨ ਹੋਵੋਗੇ
ਕਿ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਤੋਂ ਬਾਅਦ ਜੇ ਕਿਸੇ ਗੁਰਮੁਖ ਦੀ ਗਿਣਤੀ ਕੀਤੀ ਜਾਵੇ ਕਿ ਜਿਨ੍ਹਾਂ ਦੇ ਪਾਸੋਂ ਬਹੁਤ ਜ਼ਿਆਦਾ ਸੰਗਤ ਨੇ ਅੰਮ੍ਰਿਤਪਾਨ ਕੀਤਾ ਹੋਵੇ ਤੇ ਮੋਹਰਲੀ ਕਤਾਰ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਨਾਮ ਆਉਂਦਾ। ਇੰਨੇ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਆਪਣੇ ਜੀਵਨ ਕਾਲ ਦੌਰਾਨ ਕੀਤਾ। ਆਪ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਦੇ, ਕਿੰਨਾ ਜੀਵਨ ਉੱਚਾ ਸੁੱਚਾ ਹੋਵੇਗਾ ਗੁਰਮੁਖਾਂ ਦਾ। ਆਪ ਸੇਵਾ ਵਿੱਚ ਲੱਗ ਕਰਕੇ ਸੋ ਅੰਮ੍ਰਿਤਪਾਨ ਖਾਲਸਾ ਪੰਥ ਨੂੰ, ਹੋਰ ਖਾਲਸੇ ਪੰਥ ਦੀ ਬੜੋਤਰੀ ਕਰਦੇ ਇਹੋ ਜਿਹੇ ਜੀਵਨ ਵਾਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ, ਤਿੰਨਾਂ ਦਾ ਪਾਵਨ ਉਹਨਾਂ ਗੁਰਮੁਖਾਂ ਦੇ ਕਿੰਨੇ ਕੁ ਬਚਨ ਕਿ ਜੇ ਪਤਾ ਲੱਗਾ ਕਿ ਹਿੰਦੁਸਤਾਨ ਦੀਆਂ ਉਹਨਾਂ ਦੇ ਨਾਮ ਨਾਲ ਜਿੱਥੇ ਸੁਲਤਾਨ ਉਲ ਕੌਮ ਲੱਗਾ, ਜਿੱਥੇ ਉਹਨਾਂ ਨੂੰ ਆਹਲੂਵਾਲੀਆ ਤਖੱਲਸ ਮਿਲਿਆ, ਉੱਥੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਇੱਕ ਨਾਮ ਹੋਰ ਪ੍ਰਚਲਿਤ ਹੋਇਆ। ਉਹ ਸਰਦਾਰ ਜੱਸਾ ਸਿੰਘ ਜੀ ਨੂੰ ਬੰਦੀ ਛੋੜ ਵੀ ਕਿਹਾ ਕਰਦੇ। ਉਸ ਦਾ ਕਾਰਨ ਸੀ ਕਿ ਜਿਸ ਸਮੇਂ ਅਬਦਾਲੀ ਨੇ ਹਿੰਦੂਆਂ ਦੀਆਂ ਬਹੂ ਬੇਟੀਆਂ ਪਕੜ ਕਰਕੇ ਇੱਥੋਂ ਲੈ ਕਰਕੇ ਜਾ ਰਿਹਾ ਹੈ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਏ ਨੂੰ ਪਤਾ ਲੱਗਾ। ਰਾਵੀ ਦੇ ਕੰਢੇ ਤੇ ਜਾ ਕਰਕੇ ਬੜਾ ਤੇਜ਼ੀ ਨਾਲ ਹੱਲਾ ਕਰਕੇ 2000 ਦੇ ਕਰੀਬ ਉਹਨਾਂ ਬੱਚੀਆਂ ਨੂੰ ਛਡਾ ਕਰਕੇ ਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਇਸ ਦੇਸ਼ ਦੀ ਜਾਂਦੀ ਹੋਈ ਪੱਤ ਨੂੰ ਬਚਾਉਣ ਵਾਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਅੱਜ ਪਾਵਨ ਜਨਮ ਦਿਹਾੜਾ। ਪਿਆਰੇ ਖਾਲਸਾ ਜੀ, ਆਪਾਂ ਵਡਭਾਗੇ ਹਾਂ ਕਿ ਅਸੀਂ ਉਹਨਾਂ ਦੇ ਜਾਣਸ਼ੀਨ ਹਾਂ ਤੇ ਬਦਕਿਸਮਤ ਹਾਂ, ਸਾਨੂੰ ਉਹਨਾਂ ਗੁਰਮੁਖਾਂ ਮਹਾਂਪੁਰਖਾਂ ਦੇ ਜੀਵਨ ਚੋਂ ਜੋ ਸਿੱਖਣਾ ਚਾਹੀਦਾ ਸੀ ਪੰਥ ਪ੍ਰਸਤੀ, ਉਹ ਸਾਡੇ ਜੀਵਨ ਚੋਂ ਕਿਤੇ ਨਾ ਕਿਤੇ ਗਾਇਬ ਹੁੰਦੀ ਜਾ ਰਹੀ ਹੈ। ਗੁਰਦੇਵ ਅੱਗੇ ਬੇਨਤੀ ਕਰੀਏ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ, ਆਪ ਜੀ ਦੇ ਬਚਨਾਂ ਸਦਕਾ ਹੀ ਇਹ ਸਭ ਕੁਝ ਹੈ ਨਾ, ਆਪ ਜੀ ਦੀ ਕਿਰਪਾ ਸਦਕਾ ਹੀ ਹੈ। ਸਤਿਗੁਰੂ ਸਾਹਿਬ ਜੀ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਗੁਰਦੇਵ ਅਸੀਂ ਆਪ ਜੀ ਦੇ ਧੀਆਂ ਪੁੱਤਰ ਹਾਂ। ਜਿਹੜੀ ਪੰਥ ਪ੍ਰਸਤੀ, ਜਿਹੜੀ ਕਿਰਪਾ ਸਰਦਾਰ ਜੱਸਾ ਸਿੰਘ ਜੀ ਤੇ ਆਪ ਜੀ ਨੇ ਆਪ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਕੀਤੀ ਹੈ, ਸਾਡੇ ਤੇ ਵੀ ਕਰੋ। ਗੁਰਦੇਵ ਸਾਡੇ ਤੇ ਵੀ ਦਿਆਲਤਾ ਕਰਨਗੇ। ਆਓ ਜੋ ਅੱਜ ਦੇ ਦਿਹਾੜੇ ਵੀ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਰਹਿਮਤ ਕੀਤੀ ਹੈ, ਪਾਵਨ ਹੁਕਮਨਾਮੇ ਦੀ ਵਾਰਾ ਉਹਦੀ ਜੋ ਵਿਚਾਰ ਹੈ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਸਰਵਣ ਕਰੀਏ ਜੀ। ਜੋ ਸਾਡੇ ਤੇ ਕਿਰਪਾ ਕਰ ਰਹੇ ਹਨ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ। ਪ੍ਰੇਮ ਸਤਿਕਾਰ ਸਾਹਿਬ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ, ਕਬੀਰ ਜੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਤਲੰਗ ਰਾਗ ਦੇ ਅੰਦਰ ਧੰਨ ਧੰਨ ਗੁਰੂ ਕੇ ਨਵਾਜੇ ਹੋਏ ਭਗਤ ਕਬੀਰ ਜੀ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਜੋ ਅੱਜ ਦੇ ਦਿਹਾੜੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੀ ਉਥਾਨਕਾ ਮਹਾਂਪੁਰਖਾਂ ਨੇ ਇਸ ਤਰੀਕੇ ਨਾਲ ਪੜ੍ਹਾਈ ਹੈ ਕਿ ਭਗਤ ਕਬੀਰ ਜੀ ਦੇ ਪਾਸ ਇੱਕ ਪੰਡਤ ਤੇ ਇੱਕ ਮੁੱਲਾ ਦੋਵੇਂ ਹੀ ਝਗੜਦੇ ਹੋਏ ਆਏ ਹਨ। ਝਗੜਾ ਕਿਸ ਗੱਲ ਦਾ ਹੈ ਕਿ ਮੁੱਲਾ ਜੀ ਕਹਿੰਦੇ ਹਨ ਕਿ ਕਿਤਾਬਾਂ ਨੂੰ ਪੜ੍ਹਨੇ ਤੇ ਜਿਹੜਾ ਮੁਸਲਮਾਨ ਸ਼ਰ੍ਹਾ ਦੀਆਂ ਕਿਤਾਬਾਂ ਪੜ੍ਹਦਾ ਹੈ ਉਹਦਾ ਆਧਾਰ ਹੋ ਸਕਦਾ ਹੈ, ਕਿਉਂਕਿ ਉਹਨੂੰ ਬਹਿਸ਼ਤ ਵਿੱਚ ਜਗ੍ਹਾ ਮਿਲੇਗੀ। 32 ਹੂਰਾਂ ਉੱਥੇ ਜਾ ਕਰਕੇ ਭੋਗਣ ਨੂੰ ਮਿਲਣਗੀਆਂ, ਅੰਗੂਰਾਂ ਦੀ ਸ਼ਰਾਬ ਮਿਲੇਗੀ। ਇਹੋ ਜਿਹੇ ਬਚਨ ਇੱਕ ਦੂਜੇ ਨਾਲ ਸੁਣਾ ਕਰਕੇ ਉਧਰ ਪੰਡਤ ਜੀ ਕਹਿੰਦੇ ਨੇ ਨਹੀਂ, ਜਿਹੜਾ ਵੇਦਾਂ ਦਾ ਸਿਧਾਂਤ ਮੰਨ ਲਵੇ, ਜਿਹੜਾ ਉਪਾਸ਼ਨਾ ਵਿੱਚ ਆਪਣਾ ਚਿੱਤ ਲਾ ਲਵੇ, ਜਿਹੜਾ ਕਰਮਾਂ ਦੀ ਗਤੀ ਨੂੰ ਸਮਝ ਜਾਵੇ, ਮੁੱਲਾ ਜੀ ਉਹਦਾ ਆਧਾਰ ਹੋ ਸਕਦਾ। ਉਹ ਸਵਰਗਾਂ ਵਿੱਚ ਜਾ ਕਰਕੇ ਰੰਬਾ ਉਰਵਸ਼ੀ ਵਰਗੀਆਂ ਜਿਹੜੀਆਂ ਸੋ ਪਰੀਆਂ ਹਨ ਉਹਨਾਂ ਦੀ ਹਜ਼ੂਰੀ, ਉਹਨਾਂ ਦੀ ਸੰਗਤ ਨੂੰ ਜਾ ਕਰਕੇ ਮੰਨੇਗਾ, ਬੜੇ ਆਨੰਦ ਉਹਨੂੰ ਪ੍ਰਾਪਤ ਹੋਣਗੇ। ਇਹ ਝਗੜਾ ਲੰਮਾ ਹੋਇਆ। ਉਸ ਸਮੇਂ ਵਿਚਾਰ ਕੀਤੀ, ਕਹਿਣ ਲੱਗੇ ਭਗਤ ਕਬੀਰ ਜੀ ਪਾਸੋਂ ਜਾ ਕੇ ਫੈਸਲਾ ਕਰਵਾ ਲੈਂਦੇ ਆ, ਉਹਨਾਂ ਨੂੰ ਪੁੱਛ ਲਈਏ, ਉਹ ਦੋਵਾਂ ਦੇ ਸਾਂਝੇ ਨੇ। ਕਿਉਂਕਿ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਭਗਤ ਹਨ ਉਹ ਕਿਸੇ ਇੱਕ ਧੜੇ ਦੇ ਨਹੀਂ ਹੋਇਆ ਕਰਦੇ। ਜਿਹੜੇ ਧੜੇਬਾਜ਼ ਹਨ ਉਹਨਾਂ ਨੂੰ ਭਗਤ ਨਹੀਂ ਕਿਹਾ ਜਾ ਸਕਦਾ। ਜਿਹੜੇ ਪਰਮੇਸ਼ਰ ਦੇ ਹਨ, ਜਿਨ੍ਹਾਂ ਨੂੰ ਇਹ ਦਿਸ ਪਿਆ ਹੈ ਕਿ ਭਾਈ ਜਿਤਨੀ ਵੀ ਖਲਕਤ ਹੈ ਉਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਜੋਤੀ ਹੈ, ਉਹ ਸਾਰਿਆਂ ਨੂੰ ਇੱਕੋ ਜਿਹਾ ਪ੍ਰੇਮ ਕਰਦੇ ਨੇ। ਉਹ ਕਿਸੇ ਨੂੰ ਮੰਦਾ ਤੇ ਚੰਗਾ ਵੇਖਦੇ ਨਹੀਂ। ਕਹਿੰਦੇ ਚੰਗਾ ਭਾਈ ਭਗਤ ਕਬੀਰ ਜੀ ਦੇ ਪਾਸੋਂ ਜਾ ਕੇ ਨਿਰਣਾ ਲੈ ਲੈਂਦੇ।
ਇਹ ਦੋਵੇਂ ਝਗੜਦੇ ਝਗੜਦੇ ਭਗਤ ਜੀ ਦੇ ਪਾਸ ਆਏ। ਉਸ ਸਮੇਂ ਇਹ ਜੋ ਪਾਵਨ ਬਚਨ ਅੱਜ ਦੇ ਦਿਹਾੜੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਦੀ ਦਾਤ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਬਖਸ਼ਿਸ਼ ਕੀਤੀ। ਸੋ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਤਲੰਗ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਸੋ ਮੰਗਲ ਕਰਦੇ ਹਨ ਏਕੋ ਅਦਵੈਤ ਬ੍ਰਹਮ ਓੰਕਾਰ, ਜੋ ਸਾਰਿਆਂ ਦਾ ਪ੍ਰਕਾਸ਼ਕ ਸਰੂਪ ਹੈ, ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ ਜੇ। ਵੇਦ ਕਤੇਬ ਇਫਤਰਾ ਭਾਈ। ਸੋ ਉਸ ਸਮੇਂ ਕਹਿਣ ਲੱਗੇ ਦੱਸੋ ਜੀ ਭਲਾ ਵੇਦ ਵੱਡੇ ਨੇ ਜਾਂ ਕਤੇਬ ਵੱਡੀ ਹੈ? ਕਹਿਣ ਲੱਗੇ ਭਾਈ ਦੋਵੇਂ ਹੀ ਜੰਗਲ ਦੀ ਨਿਆਈ। ਇਫਤਰਾ ਦੇ ਅਰਥ ਗੁਰਮੁਖ ਵਿਦਵਾਨਾਂ ਨੇ ਜੰਗਲ ਵੀ ਕੀਤਾ ਹੈ ਤੇ ਇਫਤਰਾ ਦਾ ਅਰਥ ਚੀਸ਼ਾ ਵੀ ਕੀਤਾ। ਕਹਿਣ ਲੱਗੇ ਵੇਖੋ ਭਾਈ ਵੇਦ ਤੇ ਕਤੇਬ ਜਿਹੜੇ ਨੇ ਜੰਗਲ ਦੀ ਨਿਆਈ ਹਨ। ਕਿਵੇਂ ਜੀ? ਦੋਵਾਂ ਦੇ ਵਿੱਚ ਕੀ ਹੈ? ਵੇਦਾਂ ਦੇ ਵਿੱਚ ਸੋ ਭਾਈ 1 ਲੱਖ ਸੁਰਤੀ ਜਿਹੜੀ ਉਹ ਕਥਨ ਕੀਤੀ ਗਈ ਹੈ, ਜਿਹਦੇ ਵਿੱਚੋਂ 80,000 ਸੁਰਤੀ ਕੇਵਲ ਕਰਮ ਕਾਂਡ ਜਿਹੜਾ ਉਹਦੀ ਵਿਚਾਰ ਹੀ ਕਰਦੀ ਹੈ। 16,000 ਸੁਰਤੀਆਂ ਵੇਦਾਂ ਦੀਆਂ ਭਾਈ ਕਰਮ ਕਾਂਡ ਬਾਬਤ ਦੱਸਦੀਆਂ ਹਨ। 4,000 ਸੁਰਤੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਗਿਆਨ ਦਾ ਕਥਨ ਕਰਦੀ ਹੈ, ਤੇ ਉਹ ਵੀ ਜਿਹੜਾ ਗਿਆਨ ਹੈ ਉਹ ਪ੍ਰੇਮਾ ਭਗਤੀ ਤੋਂ ਹੀਣਾ ਹੈ। ਪ੍ਰੇਮਾ ਭਗਤੀ ਤੋਂ ਬਿਨਾਂ ਵਿਦਾਂਤ ਗਿਆਨ ਦਾ ਕਥਨ ਕਰਦੀ ਹੈ। ਉਸ ਸਮੇਂ ਕਹਿਣ ਲੱਗੇ ਭਾਈ ਜਾਂ ਇਸ ਨੂੰ ਇਸ ਤਰੀਕੇ ਦੇ ਨਾਲ ਸਮਝ ਲਵੋ ਕਿ ਵੇਦ ਜਿਹੜੇ ਹਨ ਉਹਨਾਂ ਨੇ ਬਹੁਤਾਤ ਜਿਹੜੀ ਹੈ ਉਹ ਕਰਮ ਕਾਂਡ ਨੂੰ ਮਹਾਨਤਾ ਦਿੱਤੀ ਹੈ ਕਿ ਆਹ ਕਰਮ ਕਰੋ ਤੇ ਆਹ ਫਲ ਪ੍ਰਾਪਤ ਹੋਵੇਗਾ। ਹੁਣ ਕਰਮ ਕਿਵੇਂ ਦੇ ਹਨ? ਇੱਕ ਪਾਸੇ ਜਿੱਥੇ ਸੋ ਜੱਗਾਂ ਦੀ ਕਥਾ ਆਉਂਦੀ ਹੈ ਉੱਥੇ ਕਦੀ ਤੇ ਘੋੜੇ ਦਾ ਮਾਸ ਜੇ ਜੱਗ ਵਿੱਚ ਪਾਇਆ ਜਾਵੇ, ਘੋੜੇ ਨੂੰ ਮਾਰ ਕਰਕੇ ਤੇ ਤਾਂ ਜੱਗ ਸੰਪੂਰਨ ਹੈ। ਕਦੀ ਜਿੰਦੀ ਗਊ ਦੇ ਵਿੱਚੋਂ ਕੁੱਪੀ ਨਾ ਮਾਸ ਕੱਢ ਕਰਕੇ ਜੇ ਜੱਗ 'ਚ ਪਾਇਆ ਜਾਵੇ ਤਾਂ ਸੰਪੂਰਨ ਹੈ। ਦੂਸਰੇ ਕਰਮ ਵਿੱਚ ਜਾ ਕਰਕੇ ਵੇਦ ਕਹਿੰਦਾ ਹੈ ਕਿ ਜੀਵ ਹੱਤਿਆ ਪਾਪ ਹੈ, ਇਹ ਜਿਹੜਾ ਪਾਪ ਹੈ ਕੋਈ ਲਾਹ ਨਹੀਂ ਸਕਦਾ। ਜੇ ਕੋਈ ਕਰਮਾਂ ਦੇ ਵਿੱਚ ਇਸ ਤਰੀਕੇ ਨਾਲ ਫਸ ਗਿਆ ਤੇ ਫਿਰ ਤੇ ਜੰਗਲ ਵਾਲਾ ਹੀ ਸੁਭਾਅ ਬਣ ਗਿਆ ਨਾ। ਜਿਵੇਂ ਜੰਗਲ ਦੇ ਵਿੱਚੋਂ ਜਿਹੜਾ ਸਵਾਰ ਹੈ, ਜਿਹੜਾ ਘੋੜੇ ਤੇ ਚੜਿਆ ਹੋਵੇ ਉਹ ਤੇ ਪਾਰ ਲੱਗ ਸਕਦਾ ਹੈ, ਦੂਸਰੇ ਨੂੰ ਚੋਰਾਂ ਦਾ ਵੀ ਖਤਰਾ, ਨਾਲ ਦੇ ਨਾਲ ਜੰਗਲ ਦੇ ਟੇਢੇ ਮੇਢੇ ਰਸਤਿਆਂ ਦਾ ਵੀ ਖਤਰਾ, ਜੰਗਲ ਦੇ ਵਿੱਚੋਂ ਦੀ ਲੰਘਣ ਦੀ ਥਕੇਵਾਂ ਵੀ। ਇਸ ਤਰੀਕੇ ਦੇ ਨਾਲ ਭਗਤ ਜੀ ਕਹਿਣ ਲੱਗੇ ਜੇ ਤੇ ਕਰਮ ਕਾਂਡਾਂ ਵੱਲ ਵੇਖੀਏ, ਜੇ ਤੇ 4,000 ਸੁਰਤੀ ਦਾ ਨਿਰਣਾ ਕਰੀਏ ਤੇ ਗਿਆਨ ਹੈ, ਬਾਕੀ ਤੇ ਭਾਈ ਫਿਰ ਇਹ ਝਗੜਾ ਹੀ ਪਿਆ ਹੋਇਆ, ਇਹਨੂੰ ਐਵੇਂ ਸਮਝਣਾ। ਦੂਸਰੇ ਪਾਸੇ ਕਤੇਬਾਂ ਦੇ ਵਿੱਚ ਕੀ ਗਿਆਨ ਲਿਖਿਆ ਗਿਆ ਹੈ, ਉਹਦੇ ਵਿੱਚ ਇੱਥੋਂ ਤੱਕ ਕਹਿ ਦੇਣਾ ਕਿ ਕਿਸੇ ਦਾ ਧਰਮ ਛਡਾਉਣ ਵਾਸਤੇ ਉਹਨਾਂ ਦੀਆਂ ਧੀਆਂ ਨੂੰ ਆਪਣੇ ਧਰਮ ਵਿੱਚ ਤਬਦੀਲ ਕਰੋ, ਕਿਸੇ ਵੀ ਤਰੀਕੇ ਦੇ ਨਾਲ ਮੌਤ ਦਾ ਡਰ ਦੇ ਕਰਕੇ ਧਰਮ ਦੀ ਜਿਹੜੀ ਹੈ ਪ੍ਰਵਿਰਤੀ ਕਰਵਾ ਲਵੋ ਤਾਂ ਭਾਈ ਤੁਹਾਨੂੰ ਬਹਿਸ਼ਤ ਮਿਲ ਜਾਵੇਗੀ। ਜਾਂ ਇਸੇ ਤਰੀਕੇ ਦੇ ਨਾਲ ਜਿਵੇਂ ਸੋ ਭਾਈ ਮਹਾਂਪੁਰਖਾਂ ਨੇ ਦੱਸਿਆ ਹੈ ਕਿ ਕਥਾ ਆਉਂਦੀ ਹੈ ਕੁਰਾਨ ਦੇ ਵਿੱਚ ਕਿ ਇੱਕ ਢੱਟੇ ਦੀ ਪੂਜਾ ਬਹੁਤ ਜ਼ਿਆਦਾ ਲੋਕ ਕਰਿਆ ਕਰਦੇ। ਮੁਹੰਮਦ ਸਾਹਿਬ ਨੇ ਉਹ ਢੱਟੇ ਦੀ ਬਲੀ ਦਵਾ ਕਰਕੇ, ਗੋਕੇ ਦੀ ਬਲੀ ਦਵਾ ਕਰਕੇ, ਜਿੱਥੋਂ ਗਊ ਮਾਰਨ ਦੀ, ਗਊ ਦੀ ਬਲੀ ਦੇਣ ਦੀ ਪ੍ਰਥਾ ਚੱਲੀ ਹੈ ਮੁਸਲਮਾਨ ਭਰਾਵਾਂ, ਉਹਦੀ ਬਲੀ ਇਸ ਕਰਕੇ ਦਵਾਈ ਕਿ ਇਹਦੀ ਪਰਮੇਸ਼ਰ ਖੁਦਾ ਦੇ ਨਾਲੋਂ ਵੱਧ ਇਹਦੀ ਪੂਜਾ ਹੋ ਰਹੀ ਹੈ, ਇਹਨੂੰ ਜ਼ਬਾ ਕਰ ਦਿੱਤਾ ਜਾ। ਉੱਥੋਂ ਗਊ ਦੀ ਬਲੀ ਦੇਣ ਦੀ ਪ੍ਰਥਾ ਮੁਸਲਮਾਨ ਭਰਾਵਾਂ ਆਰੰਭ ਹੋਈ। ਫਿਰ ਇਸੇ ਤਰੀਕੇ ਦੇ ਨਾਲ ਇਬਰਾਹਿਮ ਨੂੰ ਖੁਦਾ ਨੇ ਆਖਿਆ ਕਿ ਆਪਣੀ ਪਿਆਰੀ ਵਸਤੂ ਸਾਨੂੰ ਤੂੰ ਭੇਟਾ ਵਿੱਚ ਦੇ, ਸਾਡੇ ਨਾਂ ਤੇ ਉਹਨੂੰ ਕੁਰਬਾਨ ਕਰ। ਉਸ ਸਮੇਂ ਵਿਚਾਰ ਕੀਤੀ ਕਿ ਮੇਰਾ ਪੁੱਤਰ ਹੀ ਹੈ ਜਿਹੜਾ ਸਭ ਨਾਲੋਂ ਪਿਆਰਾ ਹੈ, ਉਹਦੀ ਬਲੀ ਦੇਣ ਲੱਗੇ, ਅੱਖਾਂ ਤੇ ਪੱਟੀ ਬੰਨ ਲਈ। ਸੋ ਨਾਲਦਿਆਂ ਨੇ ਪੁੱਤਰ ਨੂੰ ਪਾਸੇ ਕਰਕੇ ਬੱਕਰਾ ਅੱਗੇ ਕਰ ਦਿੱਤਾ, ਉਹਦੀ ਧੌਣ ਤੇ ਛੁਰੀ ਚਲਾਈ। ਕਹਿਣ ਲੱਗੇ ਕਿ ਪਰਮੇਸ਼ਰ ਦਾ ਸੋ ਪੈਗੰਬਰ ਆਇਆ ਸੀ, ਉਹਨੇ ਇਹ ਜਿਹੜਾ ਅੱਗੇ ਕਰ ਦਿੱਤਾ ਹੈ ਬੱਕਰਾ। ਉੱਥੋਂ ਬਕਰੀਦ ਪਰਾ ਆਰੰਭ ਹੋ ਗਈ। ਇਵੇਂ ਦਾ ਜਿੰਨਾ ਕਿਤਾਬਾਂ ਵਿੱਚ ਲਿਖਿਆ ਹੋਵੇ। ਸੋ ਕਹਿਣ ਲੱਗੇ ਭਾਈ ਇਹ ਤੇ ਫਿਰ ਝਗੜਾ ਹੀ ਹੋਇਆ ਨਾ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਈ। ਕਹਿਣ ਲੱਗੇ ਇਹਦੇ ਨਾਲ ਦਿਲ ਦਾ ਜਿਹੜਾ ਫਿਕਰ ਬਣਿਆ ਹੋਇਆ ਕਿ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਇਆ ਜਾਵੇਗਾ, ਇਹ ਫਿਕਰ ਜਿਹੜੇ ਇਹ ਨਹੀਂ ਜਾ ਸਕਦੇ, ਇਹ ਨਹੀਂ ਨਾਸ ਹੋ ਸਕਦੇ। ਇਫਤਰਾ ਸ਼ੀਸ਼ੇ ਦੀ ਜੇ ਨਿਆਈ ਹੈ ਤੇ ਸ਼ੀਸ਼ਾ ਗੁਰਸਿੱਖੋ ਮੂੰਹ ਤੇ ਲੱਗੀ ਹੋਈ ਕਾਲਖ ਤੇ ਵਿਖਾ ਸਕਦਾ ਹੈ, ਪਰ ਲਾਉਣੀ ਆਪਣੇ ਹੱਥਾਂ ਨਾਲ ਹੀ ਪੈਂਦੀ।
ਲੱਥੇਗੀ ਤਾਂ ਜੇ ਆਪਣੇ ਹੱਥਾਂ ਨੂੰ ਵਰਤਾਂਗੇ, ਜਲ ਵਰਤਾਂਗੇ ਤਾਂ ਉਹ ਕਾਲਖ ਲੱਥ ਸਕਦੀ, ਕੇਵਲ ਵਿਖਾਲ ਸਕਦੇ ਹਨ। ਇਸ ਤਰੀਕੇ ਨਾਲ ਭਗਤ ਕਬੀਰ ਜੀ ਸਮਝਾ ਰਹੇ ਨੇ। ਇਹ ਤੇ ਸ਼ੀਸ਼ੇ ਦੀ ਨਿਆਈ ਹਨ। ਦਿਲ ਕਾ ਫਿਕਰ ਨਾ ਜਾਏ, ਪਰ ਦਿਲ ਦਾ ਜਿਹੜਾ ਫਿਕਰ ਬਣਿਆ ਹੋਇਆ ਸੰਸਾ ਉਹ ਜਾਵੇਗਾ ਨਹੀਂ ਜਿੰਨਾ ਚਿਰ ਪਰਮੇਸ਼ਰ ਦੀ ਬੰਦਗੀ ਭਗਤੀ ਨਹੀਂ ਕਰਦੇ ਜੀ। ਸੁਖ ਦਮ ਕਰਾਰੀ ਜਾਓ ਕਰਹੁ। ਮਹਾਰਾਜ ਕੀ ਕਰੀਏ? ਕਹਿੰਦੇ ਭਾਈ ਫਿਰ ਐਵੇਂ ਕਰੋ ਕਿ ਇਹਨਾਂ ਸਵਾਸਾਂ ਨੂੰ, ਦਮ ਨਾਮ ਹੁੰਦਾ ਸਾਹਾਂ ਨੂੰ, ਟੁੱਕ ਥੋੜਾ ਸਮਾਂ, ਕਰਾਰੀ ਨਾਮ ਹੈ ਰੋਕਣ ਦਾ, ਜੇ ਕਿਤੇ ਰੋਕਣਾ ਕਰੋ, ਇਹਨਾਂ ਸਾਹਾਂ ਨੂੰ ਰੋਕਣਾ ਕਰੋ। ਮਹਾਰਾਜ ਜੇ ਸਾਹ ਰੋਕ ਲਏ ਤੇ ਚੜ੍ਹਾਈ ਕਰ ਜਾਵਾਂਗੇ। ਕਹਿੰਦੇ ਨਹੀਂ ਭਾਈ, ਜਿਹੜੇ ਇਹਨਾਂ ਸਾਹਾਂ ਦੁਆਰਾ ਸੰਕਲਪ ਤੇ ਵਿਕਲਪ ਕਰ ਰਹੇ ਆ, ਜਿਨ੍ਹਾਂ ਸੰਕਲਪਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰੀ ਜਾਣਾ, ਇਹਨਾਂ ਆਸਾ ਤੇ ਅੰਦੇਸ਼ਾ ਰੂਪੀ ਸੰਕਲਪਾਂ ਵਿਕਲਪਾਂ ਨੂੰ ਰੋਕਣਾ ਕਰ। ਇਹਨਾਂ ਨੂੰ ਰੋਕ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਵੱਲ ਨੂੰ ਲਾਉਣਾ ਕਰ। ਹਾਜ਼ਰ ਹਜੂਰ ਖੁਦਾਏ। ਅੱਛਾ ਜੀ, ਉਹਦੇ ਨਾਲ ਭਲਾ ਕੀ ਹੋਵੇਗਾ? ਕਹਿੰਦੇ ਜਦੋਂ ਬਾਹਰੀ ਸੰਕਲਪ ਰੋਕ ਲਵੇਂਗਾ, ਜਿਹੜਾ ਖੁਦਾ, ਜਿਹੜਾ ਰਾਮ ਤੈਨੂੰ ਬੜੀ ਦੂਰ ਦਿਸਦਾ ਹੈ ਪੰਡਤ ਜੀ, ਜਿਹੜਾ ਖੁਦਾ ਮੁੱਲਾਂ ਜੀ ਬੜੀ ਦੂਰ ਲੱਗਦਾ ਹੈ, ਉਹ ਹਾਜ਼ਰ ਹਜੂਰ ਹੋ ਜਾਵੇਗਾ। ਪਤਾ ਲੱਗ ਜਾਵੇਗਾ ਕਿ ਜਿਸ ਨੂੰ ਬਾਹਰ ਟੋਲਦਾ ਫਿਰਦਾ ਸਾਂ, ਜਿਸ ਨੂੰ ਬਾਹਰ ਲੱਭਦਾ ਫਿਰਦਾ ਸਾਂ, ਉਹ ਬਾਹਰ ਤੇ ਕਿਤੇ ਨਹੀਂ ਹੈ, ਉਹ ਤੇ ਮੇਰੇ ਹਿਰਦੇ ਘਰ ਵਿੱਚ ਹੀ ਵਸਿਆ ਹੋਇਆ ਸੀ। ਇਹ ਜੋ ਸਰੀਰ ਹੈ ਇਹੋ ਹੀ ਹਰੀ ਮੰਦਰ ਸੀ, ਇਸ ਦੇ ਅੰਦਰ ਹੀ ਉਹਦਾ ਵਾਸਾ ਸੀ। ਮੈਂ ਐਵੇਂ ਹੀ ਉਸ ਨੂੰ ਬਾਹਰ ਭਾਲਦਾ ਫਿਰਦਾ ਰਿਹਾ। ਇਸ ਕਰਕੇ ਕਹਿੰਦੇ ਜੇ ਭਾਈ ਇਹਨਾਂ ਸੰਕਲਪਾਂ ਨੂੰ ਰੋਕਣਾ ਕਰੇ ਕਿਤੇ ਥੋੜਾ ਸਮਾਂ, ਫਿਰ ਭਾਈ ਤੈਨੂੰ ਪਤਾ ਲੱਗੇਗਾ ਕਿ ਉਹ ਪਰਮੇਸ਼ਰ ਵਾਹਿਗੁਰੂ ਤੇਰੇ ਅੰਦਰ ਹੀ ਵਸਿਆ ਹੋਇਆ, ਜਿਹਨੂੰ ਬਾਬਾ ਫਰੀਦ ਜੀ ਨੇ ਵੀ ਸਾਨੂੰ ਸਮਝਾਇਆ ਸੀ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗ੍ਰਿਹਵਾਨ ਮਹਿ ਸਿਰ ਨੀਵਾਂ ਕਰ। ਜੇ ਸੱਜਣਾ ਵੇਖਣਾ ਹੀ ਚਾਹੁੰਦਾ ਹੈ, ਜੇ ਰੁਕਣਾ ਹੀ ਚਾਹੁੰਦਾ ਹੈ, ਤੇ ਰੁਕ ਕਰਕੇ ਕਦੀ ਆਪਣੇ ਅੰਦਰ ਵੱਲ ਨੂੰ ਝਾਤੀ ਮਾਰ। ਉਹ ਪਰਮੇਸ਼ਰ ਵਾਹਿਗੁਰੂ ਦੀ ਪਾਵਨ ਜੋਤ ਤੈਨੂੰ ਅੰਦਰੋਂ ਹੀ ਸੁਭਾਈਮਾਨ ਜਿਹੜੀ ਨਜ਼ਰ ਹੀ ਆ ਜਾਵੇ। ਜਿਨ੍ਹਾਂ ਨੂੰ ਭਗਤ ਕਬੀਰ ਜੀ ਨੇ ਵੀ ਸਮਝਾਇਆ, ਪੁੱਛਿਆ ਜੀ ਕਿੰਨੇ ਕੁ ਨੇੜੇ ਹੋਵੇਗਾ? ਕਹਿੰਦੇ ਕਹ ਕਬੀਰ ਹਾਥ ਪੈ ਨੇੜੇ, ਸਹਜੇ ਹੋਏ ਸੋ ਹੋਈ। ਕਹਿਣ ਲੱਗੇ ਸਭ ਨਾਲੋਂ ਨੇੜੇ ਹੱਥ ਹੈ ਨਾ ਤੇਰੇ ਸਰੀਰ ਦੇ, ਜਿਹੜੇ ਮਰਜ਼ੀ ਅੰਗ ਨੂੰ ਸੁਹਾ ਸਕਦਾ ਹੈ। ਰੱਬ ਤੇਰੇ ਹੱਥਾਂ ਨਾਲੋਂ ਵੀ ਨੇੜੇ ਹੈ, ਇੰਨਾ ਨੇੜੇ ਬੈਠਾ ਹੋਇਆ, ਤੇਰੇ ਹਿਰਦੇ ਵਿੱਚ ਹੀ ਵਾਸਾ ਕੀਤਾ ਹੋਇਆ। ਵੇਖ ਜੇ ਉਹਦੀ ਚੇਤਨ ਸਤਾ ਇੱਕ ਛਿਨਲੀ ਵੀ ਪਾਸੇ ਹੋ ਜਾਵੇ, ਇਹ ਸਰੀਰ ਕਿਸੇ ਕੰਮ ਦਾ ਨਹੀਂ, ਉਹ ਰੱਬ ਨੇੜੇ ਤੋਂ ਨੇੜੇ ਹੈ। ਬੰਦੇ ਖੋਜ ਦਿਲ ਹਰ ਰੋਜ਼। ਮਹਾਰਾਜ ਭਲਾ ਇਹ ਜਿਹੜਾ ਕੰਮ ਤੁਸੀਂ ਦੱਸਿਆ ਕਿੰਨੇ ਕੁ ਦਿਨ ਭਲਾ ਕਰਨਾ ਪਵੇਗਾ? ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਗੁਰਸਿੱਖਾ ਹੇ ਗੁਰਮੁਖਾ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਚਨ ਕਰ ਰਹੇ ਨੇ। ਇਹ ਜਿਹੜੀ ਬਖਸ਼ਿਸ਼ ਹੈ, ਇਹ ਜੋ ਤੇਰੇ ਤੇ ਰਹਿਮਤ ਕੀਤੀ ਹੈ ਸਤਿਗੁਰੂ ਸਾਹਿਬ ਜੀ ਨੇ, ਵੇਖ ਕਿੱਡੀ ਵਧੀਆ ਬਖਸ਼ਿਸ਼ ਕਰ ਦਿੱਤੀ ਹੈ ਕਿਰਪਾਲੂ ਜੀ ਨੇ। ਜਦੋਂ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਨੇ ਬਚਨ ਕੀਤਾ। ਪੁੱਛਿਆ ਜੀ ਕੀ ਕਰਨਾ ਹੈ? ਕਹਿੰਦੇ ਹਰ ਰੋਜ਼ ਤੇਰਾ ਨਿਤਨੇਮ ਚਾਹੀਦਾ। ਕਿਹੜਾ ਜੀ? ਕਹਿੰਦੇ ਸਵੇਰੇ 5 ਬਾਣੀਆਂ ਪੜ੍ਹਿਆ ਕਰੀ ਗੁਰੂ ਕਾ ਸਿੱਖਾ, ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ, ਸੌਣ ਲੱਗਿਆ ਕੀਰਤਨ ਸੋਹਲਾ। ਇਹ ਘੱਟ ਤੋਂ ਘੱਟ ਤੇਰਾ ਨਿਤਨੇਮ 7 ਬਾਣੀਆਂ ਦਾ ਹੋਣਾ ਚਾਹੀਦਾ। ਇਹ ਨਿਤਨੇਮ ਕਰੇਗਾ, ਫਿਰ ਜੀ ਸਾਰੀ ਦਿਹਾੜੀ ਜਦੋਂ ਕੰਮ ਧੰਦਾ ਕਰਾਂ, ਕਹਿੰਦੇ ਉਦੋਂ ਵਾਹਿਗੁਰੂ ਸਿਮਰਨ ਤੇ ਮੂਲ ਮੰਤਰ ਦਾ ਅਭਿਆਸ ਕਰਦਾ। ਅੱਛਾ ਜੀ, ਜੇ ਭਲਾ ਮਹਾਰਾਜ ਮੇਰੇ ਕੋਲੋਂ ਬਾਣੀਆਂ ਨਾ ਪੜੀਆਂ ਜਾਣ, ਕਹਿੰਦੇ ਮੂਲ ਮੰਤਰ ਕਿਸੇ ਗੁਰਸਿੱਖ ਪਾਸੋਂ ਤੂੰ ਸਰਵਣ ਕਰਕੇ ਚੰਗੀ ਤਰ੍ਹਾਂ, ਅਸੀਂ ਵੀ ਇੱਥੇ 5 ਵਾਰੀ ਪੜ੍ਹਾ ਦੇਣਾ ਹੈ। ਜੇ ਇਹਦੇ ਨਾਲ ਚੇਤੇ ਨਾ ਹੋਵੇ ਤੇ ਕਿਸੇ ਗੁਰਸਿੱਖ ਪਾਸੋਂ ਸਰਵਣ ਕਰਕੇ ਸਿੱਖ ਲਵੀਂ, ਘੱਟ ਤੋਂ ਘੱਟ ਮੂਲ ਮੰਤਰ ਪੜ੍ਹ ਲਿਆ ਕਰੇ। ਮਹਾਰਾਜ ਜੇ ਉਹ ਵੀ ਨਾ ਆਵੇ, ਕਹਿੰਦੇ ਵਾਹਿਗੁਰੂ ਮੰਤਰ ਦਾ ਅਭਿਆਸ ਦੋਵੇਂ ਸਮੇਂ ਬੈਠ ਕਰਕੇ ਜ਼ਰੂਰ ਕਰ। ਇਹ ਤੇਰਾ ਰੋਜ਼ ਦਾ ਨਿਤਨੇਮ। ਜਦੋਂ ਇਹ ਰੋਜ਼ ਦਾ ਨਿਤਨੇਮ ਕਰੇਗਾ, ਇਹਦੇ ਨਾਲ ਸੁਭਾਵਕ ਹੀ, ਆਮ ਕਈ ਕਹਿ ਦਿੰਦੇ ਜੀ ਮਨ ਟਿਕਾ ਕੇ ਬਾਣੀ ਪੜੋ। ਦਾਸ ਨੇ ਕਈ ਵਾਰ ਬੇਨਤੀ ਕੀਤੀ ਹੈ, ਬਾਣੀ ਪੜ੍ਹਨੀ ਤਾਂ ਹੈ ਕਿ ਮਨ ਟਿਕ ਜਾਵੇ। ਸਿਮਰਨ ਅਭਿਆਸ ਕਰਨਾ ਹੀ ਇਸ ਕਰਕੇ ਹੈ ਕਿ ਮਨ ਟਿਕ ਜਾਵੇ। ਜੇ ਮਨ ਟਿਕ ਗਿਆ, ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਮਨ ਟਿਕ ਜਾਵੇਗਾ? ਮਹਾਰਾਜ ਕਹਿੰਦੇ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋ, ਜੇ ਪੂਰੀ ਕਿਰਪਾ ਹੋ ਜਾਵੇ, ਜੇ ਗੁਰਦੇਵ ਜੀ ਪੂਰੇ ਖੁਸ਼ ਹੋ ਜਾਣ ਸਿੱਖਾ ਤੇਰੀ ਭਾਵਨੀ ਤੇ ਫਿਰ ਜਾ ਕਰਕੇ ਮਨ ਵਸ ਆਉਂਦਾ, ਵਰਨਾ ਆਉਂਦਾ ਹੀ ਨਹੀਂ। ਇਸ ਕਰਕੇ ਮਨ ਨੂੰ ਵਸ ਕਰਨੇ ਵਾਸਤੇ ਇਹੋ ਹੀ ਬਚਨ ਕਰ ਰਹੇ ਨੇ, ਬੰਦੇ ਖੋਜ
ਦਿਲ ਹਰ ਰੋਜ਼ ਹਰ ਦਿਨ ਇਸ ਦਿਲ ਨੂੰ ਖੋਜਣਾ ਕਰ। ਨਾਮ ਸਿਮਰਨ ਅਭਿਆਸ ਵਿੱਚ ਅੰਮ੍ਰਿਤ ਵੇਲੇ ਤੋਂ ਲੱਗਣਾ ਕਰ। ਨਾ ਫਿਰ ਪਰੇਸ਼ਾਨੀ ਮਾਹੀ। ਫਿਰ ਭਲਾ ਕੀ ਹੋਵੇਗਾ? ਕਹਿੰਦੇ ਫਿਰ ਪਰੇਸ਼ਾਨੀ ਨਹੀਂ ਹੋਵੇਗੀ। ਜਿਹੜੀ ਪਰੇਸ਼ਾਨੀ ਪਈ ਹੋਈ ਹੈ ਕਿ ਪਰਮੇਸ਼ਰ ਖਬਰੇ ਮਿਲੇ ਤੇ ਨਾ ਮਿਲੇ, ਜਦੋਂ ਹਰ ਰੋਜ਼ ਦਿਲ ਦਾ ਖੋਜੀ ਹੋ ਗਿਆ ਫਿਰ ਬਖਸ਼ਿਸ਼ ਹੋ ਜਾਵੇਗੀ। ਉਹ ਪਰਮੇਸ਼ਰ ਵਾਹਿਗੁਰੂ ਤੇਰੀਆਂ ਸਾਰੇ ਕਾਰਜਾਂ ਨੂੰ ਆਪ ਹੀ ਕਰ ਦੇਵੇਗਾ। ਜਿਵੇਂ ਬਾਬਾ ਧੰਨਾ ਜੀ ਦੇ ਕੀਤੇ ਹਨ, ਜਿਵੇਂ ਭਗਤ ਕਬੀਰ ਜੀ ਦੇ ਕੀਤੇ ਨੇ, ਜਿਵੇਂ ਭਗਤ ਨਾਮਦੇਵ ਜੀ ਦੇ ਸਾਰੇ ਕਾਰਜ ਆਪ ਕਰਦੇ ਹਨ, ਤੇਰੇ ਵੀ ਕਰ ਦੇਣਗੇ। ਸਾਰੀਆਂ ਪਰੇਸ਼ਾਨੀਆਂ ਚੁੱਕ ਦੇਣਗੇ, ਕੋਈ ਪਰੇਸ਼ਾਨੀ ਰਹੇਗੀ ਨਹੀਂ। ਸੋ ਸੰਸਾਰ ਦੀਆਂ ਸਾਰੀਆਂ ਸੁੱਖ ਸਹੂਲਤਾਂ ਵੀ ਉਹਦੇ ਤੇ ਇੱਕ ਬਚਨ ਕਰਨੇ ਤੇ ਭਾਈ ਸਾਰੇ ਸੁੱਖ ਮਿਲ ਜਾਂਦੇ ਹਨ। ਇਸ ਕਰਕੇ ਕੋਈ ਪਰੇਸ਼ਾਨੀ ਨਹੀਂ। ਮੁਕਤ ਪਦਾਰਥ ਵੀ ਤੈਨੂੰ ਸੁਭਾਵਿਕ ਸੁਤੇ ਹੀ ਪ੍ਰਾਪਤ ਹੋ ਜਾਵੇਗਾ। ਵੇਖ, ਜਿਸ ਅੰਮ੍ਰਿਤ ਨੂੰ ਵੱਡੇ ਵੱਡੇ ਦੇਵਤੇ ਰਾਖਸ਼ ਦੈਂਤ ਸੋ ਸਮੁੰਦਰ ਨੂੰ ਰਿੜ ਕਰਕੇ ਲੱਭਦੇ ਫਿਰਦੇ ਸਨ, ਉਹ ਤੈਨੂੰ ਸੁਤੇ ਹੀ ਸਤਿਗੁਰੂ ਸਾਹਿਬ ਜੀ ਨੇ ਪ੍ਰਾਪਤ ਕਰਵਾ ਦਿੱਤਾ। ਨਾਲ ਬਚਨ ਵੀ ਕੀਤੇ ਹਨ ਕਿ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਰ ਕਦੋਂ? ਜਦੋਂ ਗੁਰੂ ਕਾ ਹੋ ਜਾਵੇਗਾ, ਫਿਰ ਸਾਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ ਜੇ। ਇਹੋ ਜੋ ਦੁਨੀਆ ਸਿਹਰ ਮੇਲਾ। ਸੋ ਮਹਾਰਾਜ ਜੀ ਦੁਨੀਆ ਤੇ ਆਏ ਆ 4 ਦਿਨ ਹੱਸ ਖੇਡ ਲਈਏ। ਜਿਹੜਾ ਆਮ ਸਾਡਾ ਸਵਾਲ ਜਾਂ ਆਮ ਕਹਿ ਦਿੰਦੇ ਆ ਕਿ ਭਾਈ ਜੀ ਐਵੇਂ ਰੋਜ਼ ਦੇ ਪੰਗਿਆਂ ਵਿੱਚ ਨਾ ਸਾਨੂੰ ਪਾਈ ਜਾਓ। ਆ ਜਿਹੜਾ ਇਹੋ ਜੱਗ ਮਿੱਠਾ ਅਗਲਾ ਕਿਸੇ ਨਾ ਡੱਠਾ, ਇਹਦੇ ਨਾਲੋਂ ਹੋਰ ਚੰਗਾ ਭਲਾ ਕੀ ਹੋ ਸਕਦਾ ਸਾਡੇ ਲਈ। ਸੋ ਗੁਰਦੇਵ ਕਹਿੰਦੇ ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਹੈ ਨਾ, ਸਿਹਰ ਨਾਮ ਹੈ ਭਾਈ ਬਾਜੀਗਰ ਦੇ ਵਾਹਿਗੁਰੂ ਜਾਦੂਗਰ ਦੇ ਮੇਲੇ ਦੀ ਨਿਆਈ ਹੈ। ਜਿਵੇਂ ਜਾਦੂਗਰ ਖੇਡ ਵਿਖਾਲਣ ਡਿਆ ਹੋਵੇ, ਬੜਾ ਭਾਰੀ ਮੇਲਾ ਲੱਗ ਜਾਂਦਾ। ਵੇਖੋ ਕਿੰਨੀਆਂ ਵਸਤੂਆਂ ਉਹ ਆਪਣੇ ਪਾਸ ਪ੍ਰਗਟ ਕਰ ਕਰਕੇ ਤੇ ਵਿਖਾਲੀ ਜਾਂਦਾ। ਜੋ ਕੁਝ ਵੀ ਸੋ ਉਹਨੂੰ ਆਖੀਏ ਆਹ ਵਿਖਾਲ ਦਿੱਤਾ, ਸਭ ਕੁਝ ਹੀ ਵਿਖਾਲੀ ਜਾਂਦਾ ਨਾ। ਤਤਸ਼ਨ ਉੱਥੇ ਦਸਤਗੀਰੀ ਨਾਹੀ। ਪਰ ਕਹਿੰਦੇ ਵਿਚਾਰ ਕਰਕੇ ਵੇਖ, ਉਹਦੇ ਚੋਂ ਕੁਝ ਚੁੱਕ ਕੇ ਘਰ ਤੇ ਨਹੀਂ ਨਾ ਲਿਆ ਸਕਦਾ। ਇਵੇਂ ਹੀ ਇਹ ਜਿਹੜੀ ਦੁਨੀਆ ਹੈ, ਇਹ ਜਾਦੂਗਰ ਦੇ ਮੇਲੇ ਦੀ ਨਿਆਈ ਪਰਮੇਸ਼ਰ ਨੇ ਵਿਖਾਲੀ ਹੈ। ਵੇਖ, ਇਸ ਮੇਲੇ ਦੇ ਵਿੱਚ ਆਣ ਕਰਕੇ ਆ ਜਿੰਨੇ ਰੰਗ ਅਡੰਬਰ, ਜਿੰਨੇ ਤਮਾਸ਼ੇ ਵੇਖ ਰਿਹਾ ਹੈ, ਇਹਨਾਂ ਵਿੱਚੋਂ ਕੁਝ ਵੀ ਹੱਥ ਵਿੱਚ ਫੜ ਕਰਕੇ ਆ ਜਿੰਨੀ ਧਨ ਦੌਲਤ ਮਾਇਆ ਪਦਾਰਥ ਹਨ, ਜਾਦੂਗਰ ਨੇ ਵੀ ਅਨੇਕ ਵਸਤੂਆਂ ਸਾਹਮਣੇ ਕੱਢ ਕੇ ਰੱਖ ਦਿੱਤੀਆਂ, ਪਰ ਕੁਝ ਹੱਥ ਵਿੱਚ ਨਾ ਉਹ ਆਪਣੇ ਲੈ ਕੇ ਗਿਆ ਤੇ ਨਾ ਸਾਡੇ ਹੱਥ ਵਿੱਚ ਹੀ ਕੁਝ ਆਇਆ। ਉੱਥੋਂ ਖਾਲੀ ਹੱਥ ਹੀ ਆਏ। ਇਵੇਂ ਕਹਿੰਦੇ ਦੁਨੀਆ ਦਾ ਵੀ ਮੇਲਾ ਜਿਹੜਾ ਜਾਦੂਗਰ ਦੇ ਮੇਲੇ ਦੀ ਨਿਆਈ ਹੈ। ਇੱਥੇ ਦਸਤਗੀਰੀ ਕੋਈ ਹੱਥ ਵਿੱਚ ਫੜੀ ਹੋਈ ਵਸਤੂ ਨਹੀਂ ਦਿਸੇਗੀ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਕਰ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਦਰੋਗ ਪੜ ਪੜ ਖੁਸ਼ੀ ਹੋਏ। ਕਹਿੰਦੇ ਜੀ ਦਰੋਗ ਨਾਮ ਹੁੰਦਾ ਝੂਠੀਆਂ ਹੀ ਗੱਲਾਂ, ਅਣਹੋਈਆਂ ਚੀਜ਼ਾਂ ਪੜ ਪੜ ਕੇ ਕਹਿੰਦੇ ਖੁਸ਼ ਹੋਈ ਜਾਂਦੇ ਹੋ ਜੀ। ਜਿਹੜੀਆਂ ਚੀਜ਼ਾਂ ਵੇਖੀਆਂ ਕਿਸੇ ਨੇ ਦੱਸਿਆ ਆਣ ਕੇ ਕਿ ਅੱਗੇ 72 ਹੂਰਾਂ ਮਿਲੀਆਂ ਨੇ ਜੀ ਮੈਨੂੰ। ਕਿਸੇ ਨੇ ਦੱਸਿਆ ਕਿ ਮੈਂ ਰੰਭਾ ਦਾ ਨਾਚ ਵੇਖ ਕੇ ਮੁੜ ਆਇਆ ਸਵਰਗ ਦੇ ਵਿੱਚੋਂ। ਕਹਿੰਦੇ ਐਵੇਂ ਜਿਹੜੀਆਂ ਝੂਠੀਆਂ ਗੱਲਾਂ, ਅਣਹੋਈਆਂ ਗੱਲਾਂ ਹੀ ਸੋਚ ਕੇ ਖੁਸ਼ ਹੋਈ ਜਾਣਾ ਹੈ। ਵੇਖ, ਜੇ ਸਿਮਰਨ ਭਗਤੀ ਵਿੱਚ ਜਿਹੜੇ ਲੱਗੇ ਨੇ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਮੁਕਤ ਹੋ ਜਾਓਗੇ? ਉਹਨਾਂ ਪਰਮੇਸ਼ਰ ਵਾਹਿਗੁਰੂ ਨੂੰ ਕਿਹਾ ਮਹਾਰਾਜ ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਈ ਨਾ। ਜੇ ਭਲਾ ਮਰਿਆ ਨੂੰ ਮੁਕਤੀ ਦਵੋਗੇ ਕੌਣ ਜਾਣੇਗਾ। ਮਜ਼ਾ ਤਾਂ ਹੈ ਸਾਨੂੰ ਜੀਂਦੇ ਜੀ ਹੀ। ਆਪ ਜੀ ਕਿਰਪਾ ਕਰੋ, ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਜੀਵਨ ਮੁਕਤ ਅਡੀਨਾ, ਜੀਵਨ ਮੁਕਤੀ ਹੋ ਜਾਂਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਜੀਂਦੇ ਜੀ ਮੁਕਤ ਹਨ। ਮੁਕਤੀ ਕੀ ਹੈ? ਸਾਰਾ ਕੁਝ ਵਿੱਚ ਵਿਚਰਦਿਆਂ ਹੋਇਆਂ ਵੀ ਸਾਰੇ ਸੰਸਾਰ ਤੋਂ ਨਿਰਲੇਪ ਹਨ। ਇਹੋ ਜਿਹਾ ਜੀਵਨ ਹੈ ਪਰਮੇਸ਼ਰ ਦੇ ਪਿਆਰੇ। ਸੋ ਕਹਿੰਦੇ ਦਰੋਗ ਝੂਠੀਆਂ ਗੱਲਾਂ ਪੜ ਪੜ ਕੇ ਖੁਸ਼ ਹੋਈ ਜਾਣਾ, ਝੂਠੇ ਨਾਵਲ ਪੜ ਪੜ ਕੇ ਖੁਸ਼ ਹੋਈ ਜਾਣਾ, ਝੂਠੇ ਭੈੜੇ। ਸੋ ਇਸੇ ਤਰੀਕੇ ਦੇ ਨਾਲ ਲਾਲਚ ਵਾਲੀਆਂ ਚੀਜ਼ਾਂ ਪੜ ਕੇ ਖੁਸ਼ ਹੋਣਾ। ਬੇਖਬਰ ਬਾਦ ਬਕਾਏ। ਕਹਿੰਦੇ ਬੇਖਬਰ ਬਾਦ ਝਗੜਾ ਤੇ ਕਹਿੰਦੇ ਬਕੀ ਜਾਂਦੇ ਹਨ, ਝਗੜੇ ਹੀ ਕਹੀ ਜਾਂਦੇ ਹਨ ਜੀ। ਬੇਖਬਰ ਹੋਏ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਕਈ ਅਣਹੋਈਆਂ ਹੀ ਗੱਲਾਂ ਕਰ ਕਰਕੇ ਸੁਣਾਈ ਜਾਂਦੇ ਹਨ। ਜਿਵੇਂ ਐਬਟਾਬਾਦ ਦੀ ਕਥਾ ਆਉਂਦੀ ਹੈ ਕਿ ਭਾਈ ਰਣਧੀਰ ਸਿੰਘ ਜੀ ਸਿੰਘ ਸਾਹਿਬ ਉੱਥੇ ਪਹੁੰਚੇ ਹੋਏ ਸਨ।
ਇੱਕ ਬਾਬੂ ਸਾਵਣ ਸਿੰਘ ਆਪਣੇ ਚੇਲਿਆਂ ਨੂੰ ਕਥਾ ਸੁਣਾਵੇ ਕਿ ਮੈਨੂੰ ਇੱਥੋਂ ਬੈਠੇ ਨੂੰ ਕਰੋੜਾਂ ਸੂਰਜ ਦਿੱਤੇ ਜਾਂਦੇ ਨੇ, ਕਰੋੜਾਂ ਸੂਰਜ। ਸੋ ਭਾਈ ਸਾਹਿਬ ਜੀ ਨੇ ਉਸ ਸਮੇਂ ਵਿਚਾਰ ਕੀਤੀ ਕਿ ਇਹਦੀ ਪਰਖੀ ਲੈ ਲੈਣੀ ਚਾਹੀਦੀ ਹੈ। ਜਿਸ ਸਮੇਂ ਆਸਣ ਤੇ ਲੰਮੇ ਪੈਣ ਲੱਗਾ, ਇਹਨੇ ਘੜੀ ਲਾ ਕਰਕੇ ਸਰਾਣੇ ਵਾਲੇ ਪਾਸੇ ਰੱਖੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੇ ਘੜੀ ਚੁੱਕ ਕਰਕੇ ਤੇ ਇਹਦੇ ਆਸਣ ਦੇ ਥੱਲੇ ਹੀ ਬਿਸਤਰੇ ਦੇ ਥੱਲੇ ਰੱਖ ਦਿੱਤੀ। ਜਿਸ ਸਮੇਂ ਉੱਠਿਆ, ਹੱਥ ਪੱਲਾ ਮਾਰੇ, ਘੜੀ ਲੱਭੇ ਨਾ। ਇੱਧਰ ਉੱਧਰ ਵੇਖ ਕਰਕੇ ਚੇਲਿਆਂ ਨੂੰ ਪੁੱਛਣ ਲੱਗਾ, ਕਹਿੰਦਾ ਮੇਰੀ ਘੜੀ ਕਿੱਥੇ ਰੱਖੀ ਹੋਈ ਜੇ, ਮੈਨੂੰ ਲੱਭਦੀ ਨਹੀਂ ਇੱਥੋਂ। ਉਸ ਸਮੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਪੁੱਛ ਲਿਆ, ਕਹਿਣ ਲੱਗੇ ਜੀ ਤੁਹਾਨੂੰ ਤੇ ਕਰੋੜਾਂ ਸੂਰਜ ਇੱਥੇ ਬੈਠਿਆਂ ਦਿਸਦੇ ਸਨ, ਘੜੀ ਵੀ ਵੇਖੋ, ਝਾਤੀ ਮਾਰੋ ਕਿਤੇ ਲੱਭ ਜਾਵੇਗੀ, ਲਾਗੇ ਬੰਨੇ ਵੇਖੋ ਆਪਣੇ। ਬੜਾ ਸ਼ਰਮਿੰਦਾ ਜਿਹਾ ਹੋ ਗਿਆ, ਨਿੰਮੋ ਝੂਣਾ ਜਿਹਾ ਹੋ ਕੇ ਕਹਿਣ ਲੱਗਾ ਜੀ ਲੱਭਦੀ ਨਹੀਂ, ਤੁਹਾਨੂੰ ਲੱਭਦੀ ਤੁਸੀਂ ਦੱਸ ਦਵੋ। ਉਸ ਸਮੇਂ ਕਹਿਣ ਲੱਗੇ, ਉਹ ਮੂਰਖਾ ਆਪਣੀ ਚਾਦਰ ਚੁੱਕ ਕੇ ਵੇਖ, ਤੈਨੂੰ ਇੱਥੋਂ ਹੀ ਮਿਲ ਜਾਵੇਗੀ। ਇਸ ਤਰੀਕੇ ਦੇ ਨਾਲ ਭਾਈ ਸੋ ਕਹਿੰਦੇ ਬਾਅਦ ਵਿਅਰਥੀ ਗੱਲਾਂ ਕਰਕੇ, ਝੂਠੀਆਂ ਗੱਲਾਂ ਕਰਕੇ ਭਰਮਾਉਣ ਦਾ ਯਤਨ ਕਰਦੇ ਹਨ। ਹੱਕ ਸੱਚ ਖਾਲਕ ਖਲਕ ਮਿਆਨੇ। ਸੋ ਮਹਾਰਾਜ ਜੀ ਫਿਰ ਤੁਸੀਂ ਦੱਸ ਦਿਓ ਭਗਤ ਜੀ ਉਹ ਪਰਮੇਸ਼ਰ ਕਿੱਥੇ ਹੈ? ਕਹਿੰਦੇ ਭਾਈ ਹੱਕ ਸੱਚ ਹੈ। ਸੋ ਹੱਕ ਨਾਮ ਹੁੰਦਾ ਸੱਚ ਦਾ। ਸੋ ਸੱਚ ਨਿਸ਼ਚੇ ਕਰਕੇ ਹੈ। ਕੌਣ ਜੀ? ਖਲਕ ਜੋ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ ਹੈ ਜੀ? ਮਿਆਨੇ ਅੰਦਰ ਵਿੱਚ। ਕਿਹਦੇ ਜੀ? ਸਿਆਮ ਮੂਰਤ ਨਾਹੀ। ਕਹਿੰਦੇ ਖਾਲਕ ਜੋ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਖਲਕ ਮਿਆਨੇ, ਜਿੰਨੀ ਖਲਕਤ ਹੈ ਉਹਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਪਰ ਸਿਆਮ ਮੂਰਤ ਨਾਹੀ। ਜੇ ਉਹਨੂੰ ਕੋਈ ਇਹ ਸੋਚੇ ਕਿ ਉਹਦਾ ਕਾਲਾ ਸਰੂਪ ਹੈ ਜੀ, ਸਿਆਮ ਸਰੂਪ ਹੈ, ਨਹੀਂ, ਕਹਿੰਦੇ ਉਹ ਸਰੂਪ ਨਹੀਂ ਹੈ ਉਹਦਾ। ਉਹ ਰੂਪ ਰੰਗ ਅਰ ਜਾਤ ਪਾਤ ਇਹ ਕਿਸੇ ਵੀ ਤਰੀਕੇ ਦੇ ਵਿੱਚ ਉਸ ਨੂੰ ਕਿਹਾ ਨਹੀਂ ਜਾ ਸਕਦਾ, ਉਹਨੂੰ ਇਸ ਤਰੀਕੇ ਦੇ ਨਾਲ ਵਿਚਾਰਿਆ ਨਹੀਂ ਜਾ ਸਕਦਾ। ਉਹ ਭਾਈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਸੋ ਉਹਦੇ ਕਿਸੇ ਵੀ ਤਰੀਕੇ ਦੇ ਨਾਲ ਕਹੇ ਨਹੀਂ ਜਾ ਸਕਦੇ ਉਹ ਪਰਮੇਸ਼ਰ ਵਾਹਿਗੁਰੂ ਦੇ। ਸੋ ਫਿਰ ਇਸੇ ਤਰੀਕੇ ਦੇ ਨਾਲ ਇਹਦੇ ਸ਼ਿਆਮ ਮੂਰਤ ਨਾਹੇ। ਇੱਕ ਹੋਰ ਵੀ ਸ਼ਿਆਮ ਨਾਮ ਹੁੰਦਾ ਕਾਲੇ ਦਾ। ਕਹਿੰਦੇ ਜਿਨ੍ਹਾਂ ਦੇ ਅੰਦਰ ਕਾਲਖ ਹੈ ਸਾਰਿਆਂ ਦੇ ਵਿੱਚ ਹੀ, ਪਰ ਜਿੰਨਾ ਚਿਰ ਕਾਲਖ ਹੈ ਉਹਨਾਂ ਚਿਰ ਉਹ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਨਹੀਂ ਹੋ ਸਕਦਾ। ਜਿਵੇਂ ਮਹਾਂਪੁਰਖਾਂ ਨੇ ਕਿਸੇ ਗਰੀਬ ਨੂੰ ਪੱਥਰ ਦੇ ਦਿੱਤਾ ਸੀ ਨਾ, ਪਾਰਸ ਪੱਥਰ, ਕਹਿਣ ਲੱਗੇ ਇਹਨੂੰ ਆਪਣੇ ਪਾਸ ਰੱਖੀ, ਤੂੰ ਬੜਾ ਅਮੀਰ ਹੋ ਜਾਵੇਂਗਾ। ਕਹਿੰਦੇ ਉਹਨੇ ਕਹਿਣ ਲੱਗਾ ਪੱਥਰ ਬੜੀ ਕਿਰਪਾ ਵਾਲਾ ਹੈ, ਪੱਥਰ ਦੀ ਪੂਜਾ ਤੇ ਕਰੀ ਜਾਵੇ। ਬੜੇ ਸੁੰਦਰ ਬਾਟੇ ਦੇ ਵਿੱਚ ਬੜਾ ਸੁੰਦਰ ਕਾਗਜ਼ ਵਿਛਾ ਕਰਕੇ ਤੇ ਉਹਦੇ ਵਿੱਚ ਪੱਥਰ ਰੱਖ ਲਿਆ, ਪੂਜਾ ਕਰੀ ਗਿਆ। ਕੋਈ ਸਮਾਂ ਬਤੀਤ ਹੋਇਆ, ਜਾ ਕੇ ਕਹਿਣ ਲੱਗਾ ਬਾਬਾ ਜੀ ਤੁਹਾਡਾ ਕੰਮ ਨਕਲੀ ਜੇ, ਉਹ ਕੰਮ ਚੱਲਿਆ ਨਹੀਂ ਜਿਹੜਾ ਮੈਨੂੰ ਦਿੱਤਾ। ਕਹਿਣ ਲੱਗੇ ਕਿਵੇਂ ਭਲਿਆ ਪੁਰਸ਼ਾ? ਕਹਿੰਦਾ ਜੀ ਉਹ ਮੈਂ ਬੜਾ ਚਿਰ ਹੋ ਗਿਆ ਬੜੇ ਸੁੰਦਰ ਬਾਟੇ 'ਚ ਰੱਖ ਕੇ ਪੂਜਾ ਕਰਦਾ, ਹੈ ਨਕੰਮਾ ਹੀ ਜੇ, ਉਹਦੇ ਵਿੱਚੋਂ ਕੱਖ ਨਹੀਂ ਜੇ ਨਿਕਲਿਆ, ਉਹ ਉਵੇਂ ਦਾ ਉਵੇਂ ਪਿਆ ਤੇ ਮੈਂ ਭੁੱਖਾ ਹੀ ਮਰਦਾ ਜੀ। ਕਹਿਣ ਲੱਗੇ ਚੰਗਾ ਭਾਈ ਸਾਡੇ ਪਾਸ ਲੈ ਕਰਕੇ ਆ। ਜਦੋਂ ਪਾਸ ਲਿਆਂਦਾ ਉਹ ਮਹਾਤਮਾ ਨੇ ਉਹ ਕਾਗਜ਼ ਪਾਸੇ ਕਰ ਦਿੱਤਾ। ਲੋਹੇ ਦਾ ਬਾਟਾ ਸੀ, ਜਦੋਂ ਨਾਲ ਲੱਗਾ ਤੇ ਸੋਨੇ ਦਾ ਬਣ ਗਿਆ। ਕਹਿਣ ਲੱਗੇ ਬੇਵਕੂਫਾ, ਪੱਥਰ ਵਿੱਚ ਪਾਰਸ ਵਿੱਚ ਕਮੀ ਨਹੀਂ ਸੀ, ਕਮੀ ਤੇਰੇ ਅੰਦਰ ਸੀ। ਤੂੰ ਇਹ ਕਾਗਜ਼ ਨੂੰ ਇਹਦੇ ਵਿੱਚ ਰੱਖਿਆ ਹੋਇਆ ਸੀ, ਤਾਂ ਕਰਕੇ ਇਹ ਜਿਹੜਾ ਹੈ ਇਹ ਸੋਨਾ ਨਹੀਂ ਬਣ ਸਕਿਆ, ਤਾਂ ਕਰਕੇ ਤੇਰਾ ਦਲਿੱਦਰ ਚੁੱਕਿਆ ਨਹੀਂ ਗਿਆ। ਐਵੇਂ ਕਹਿੰਦੇ ਜਿਨ੍ਹਾਂ ਦੇ ਅੰਦਰ ਕਾਲਖ ਲੱਗੀ ਹੋਈ ਹੈ, ਸ਼ਾਮ ਨਾਮ ਹੈ ਕਾਲਖ ਦਾ, ਕਹਿੰਦੇ ਉਹਨਾਂ ਨੂੰ ਮੂਰਤ ਪਰਮੇਸ਼ਰ ਵਾਹਿਗੁਰੂ ਦੇ ਦੀਦਾਰ ਅੰਦਰੋਂ ਨਹੀਂ ਹੋਏ ਜੇ। ਅਸਮਾਨ ਮਿਆਨੇ ਲਹੰਗ ਦਰਿਆ। ਕਹਿੰਦੇ ਹਿਰਦੇ ਰੂਪੀ ਆਕਾਸ਼ ਦੇ ਅੰਦਰ ਜੋ ਭਾਈ ਸੋ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸ ਨੂੰ ਜਿਹੜਾ ਦਰਵੀਭੂਤ ਕਰਨਾ, ਇਹ ਦਰਿਆ ਦੇ ਵਿੱਚ ਲਹੰਗ ਇਸ਼ਨਾਨ ਕਰਨਾ ਕਰ। ਗੁਸਲ ਕਰ ਧਨ ਬੂਦ। ਗੁਸਲ ਇਸ਼ਨਾਨ ਕਰਨਾ ਕਰ, ਪਰ ਕੀਤਾ ਨਹੀਂ। ਹਿਰਦੇ ਰੂਪੀ ਘਰ ਇਹ ਸਰੋਵਰ ਦੇ ਅੰਦਰੋਂ ਹੀ ਇਸ਼ਨਾਨ ਕਰਨਾ ਕਰ, ਇਹ ਚੁੱਭਾ ਲਾਉਣਾ ਕਰ, ਤਾਂ ਜਾ ਕਰਕੇ ਬਖਸ਼ਿਸ਼ ਹੋਵੇਗੀ। ਕਰ ਫਕਰ ਦਾਇਮ ਲਾਏ ਚਸ਼ਮੇ। ਮਹਾਰਾਜ ਮੇਰੀ ਨਿਗਾਹ ਇੱਧਰ ਉੱਧਰ ਬੜੀ ਭੱਜਦੀ ਹੈ। ਕਹਿੰਦੇ ਆ ਤੈਨੂੰ ਚਸ਼ਮਾ ਦਈਏ, ਚਸ਼ਮਾ ਨਾਮ ਹੁੰਦਾ ਐਨਕਾਂ ਦੇ ਦਈਏ ਨਾ ਭਲਾ ਤੈਨੂੰ, ਤੇ ਫਿਰ ਗੱਲ ਬਣ ਜਾਵੇਗੀ। ਅੱਛਾ ਜੀ ਇਹ ਕਿਹੜੀਆਂ ਐਨਕਾਂ ਦਵੋਗੇ? ਕਹਿੰਦੇ ਸੋ ਭਾਈ ਤੂੰ ਐਵੇਂ ਕਰ, ਗਿਆਨ ਰੂਪੀ ਜਿਹੜੀ ਐਨਕ ਹੈ ਨਾ ਉਹ ਲਾਉਣਾ ਕਰ। ਕਰ ਦਾਇਮ ਸੋ ਕਰ ਫਕਰ ਦਾਇਮ ਲਾਏ ਚਸ਼ਮੇ, ਆਪਣਾ ਫਕੀਰਾਂ ਵਾਲਾ ਸੁਭਾਅ ਬਣਾ ਕਰਕੇ। ਸੋ ਮਨ ਬੁੱਧ ਰੂਪੀ ਨੇਤਰਾਂ ਦੇ ਉੱਤੇ ਗਿਆਨ ਰੂਪੀ ਚਸ਼ਮਾ ਲਾਉਣਾ ਕਰ।
ਜਹ ਤਹਾ ਮੌਜੂਦ। ਫਿਰ ਉਹਦੇ ਨਾਲ ਤੈਨੂੰ ਜਿੱਥੇ ਕਿੱਥੇ ਉਹ ਪਰਮੇਸ਼ਰ ਵਾਹਿਗੁਰੂ ਮੌਜੂਦ ਦਿਸ ਪਵੇਗਾ। ਜਦੋਂ ਗਿਆਨ ਰੂਪੀ ਚਸ਼ਮਾ ਲੱਗਾ ਹੋਇਆ ਨਾ, ਫਿਰ ਭਲਾ ਇਹ ਨਿਗਾਹ ਮਾੜੀ ਕਿਵੇਂ ਹੋਵੇਗੀ? ਫਿਰ ਪਰਾਏ ਤਨ ਤੇ ਧਨ ਤੇ ਕਿਵੇਂ ਲੁਭਾਏਮਾਨ ਹੋ ਜਾਵੇਂਗਾ ਜਦੋਂ ਸਾਰਿਆਂ ਥਾਵਾਂ ਤੇ ਪਰਮੇਸ਼ਰ ਵਾਹਿਗੁਰੂ ਤੈਨੂੰ ਨਜ਼ਰੀ ਆ ਗਿਆ ਜੇ। ਅੱਲਾਹ ਪਾਕੰ ਪਾਕ ਹੈ। ਮਹਾਰਾਜ ਜੀ, ਜਦੋਂ ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ 'ਚ ਰਹਿੰਦਾ, ਫਿਰ ਉਹ ਪਾਪੀ ਪੁੰਨੀ ਵੀ ਹੋਵੇਗਾ? ਕਹਿੰਦੇ ਨਹੀਂ, ਉਹ ਤੇ ਪਰਮੇਸ਼ਰ ਵਾਹਿਗੁਰੂ ਪਵਿੱਤਰ ਤੋਂ ਪਵਿੱਤਰ ਹੈ ਭਾਈ। ਉਹ ਤੇ ਅਪਵਿੱਤਰਾਂ ਨੂੰ ਵੀ ਪਵਿੱਤਰ ਕਰ ਦੇਣ ਵਾਲਾ ਹੈ। ਜੇ ਉਹਨੂੰ ਹੀ ਲਾਗ ਲੱਗ ਗਈ ਤੇ ਕੋਈ ਪਵਿੱਤਰ ਕਿਵੇਂ ਹੋਵੇਗਾ? ਸ਼ੱਕ ਕਰੋ ਜੇ ਦੂਸਰ ਹੋਏ। ਕਹਿੰਦੇ ਸ਼ੱਕ ਤੇ ਉਹਦੇ ਤੇ ਕੀਤਾ ਜਾਂਦਾ ਨਾ ਜਿਹਦੇ ਵਰਗਾ ਕੋਈ ਦੂਸਰਾ ਹੋਵੇ ਜੀ। ਉਹ ਤੇ ਇੱਕ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ। ਕਬੀਰ ਕਰਮ ਕਰੀਮ ਕਾ। ਮਹਾਰਾਜ ਸੋ ਭਗਤ ਕਬੀਰ ਜੀ ਸਮਾਪਤੀ ਤੇ ਬਖਸ਼ਿਸ਼ ਕਰਦੇ ਹਨ ਕਿ ਇਹ ਜਿਹੜਾ ਸਾਰਾ ਕਰਮ, ਇਹ ਜਿਹੜੀ ਖਲਕਤ ਤਮਾਸ਼ੇ ਆਈ ਹੋਈ, ਇਹ ਉਹ ਕਰੀਮ ਰਹਿਮ ਦਿਲ ਪਰਮੇਸ਼ਰ ਵਾਹਿਗੁਰੂ ਦਾ ਕਰਮ ਹੀ ਕੀਤਾ ਹੋਇਆ ਹੈ। ਇਹ ਆਪ ਹੀ ਸਾਰੀ ਵੇਖੋ ਸਾਜ ਕਰਕੇ ਪਾਲ ਕਰਕੇ ਇਹਦੀ ਲਾਇਤਾ ਕਰ ਰਿਹਾ ਹੈ ਜੀ। ਉਹ ਕਰੈ ਜਾਣੈ ਸੋਈ। ਉਹ ਕੀ ਕਾਰਨਾਂ ਨੂੰ ਕਰ ਰਿਹਾ ਹੈ, ਇਹ ਸਭ ਕੁਝ ਉਹ ਆਪ ਜਾਣਨ ਵਾਲਾ ਹੈ। ਇਹ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਸਾਹਿਬ ਜੀ ਨੇ ਇਹ ਭਾਈ ਬਖਸ਼ਿਸ਼ ਕਰਕੇ ਸਾਨੂੰ ਅੱਜ ਦੇ ਦਿਹਾੜੇ ਪ੍ਰਾਪਤ ਕਰਵਾਇਆ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਦੇ ਹਾਂ। ਗੁਰੂ ਕੇ ਪਿਆਰੇ ਸੂਰਮੇ ਮਹਾਂਪੁਰਖਾਂ ਦਾ ਇਤਿਹਾਸ ਕਹਿੰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ। ਆਗਾਹਾਂ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ। ਅੱਲਾਹ ਪਾਕੰ ਪਾਕ ਹੈ। ਸਾਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।